किश्त चौथी। पिंजर। लेखिका अमृता प्रीतम। आवाज़ मनप्रीत सहोता। ਪੂਰੋ ਦੀ ਭਾਬੀ। ਰਾਤਾਂ ਨੂੰ ਮੰਜੀ ਉੱਤੇ ਪਈ ਪਈ ਪੂਰੋ ਛੱਤ ਦੇ ਕਾਲੇ ਸ਼ਤੀਰਾਂ ਨੂੰ ਵੇਂਦੀ ਰਹਿੰਦੀ। ਉਸ ਦਾ ਮਨ ਉਹਨਾਂ ਲੋਕਾਂ ਦੀਆਂ ਬੰਦ ਕੋਠੜੀਆਂ ਵਿੱਚ ਭੌਂਦਾ ਰਹਿੰਦਾ ਜਿਨ੍ਹਾਂ ਦੇ ਅੰਦਰ ਲੋਕਾਂ ਨੇ ਲੋਕਾਂ ਦੀਆਂ ਧੀਆਂ, ਲੋਕਾਂ ਦੀਆਂ ਭੈਣਾਂ, ਲੋਕਾਂ ਦੀਆਂ ਬੀਵੀਆਂ ਜੋਰੀ ਪਾਈਆਂ ਹੋਈਆਂ ਸਨ। ਉਹਨਾਂ ਵਿੱਚ ਹੀ ਇੱਕ ਲਾਜੋ ਹੋਣੀ ਹੈ। ਲਾਜੋ ਰਾਮ ਚੰਦ ਦੀ ਭੈਣ ਤੇ ਉਹਦੀ ਆਪਣੀ ਭਾਬੀ। ਲਾਜੋ ਦਾ ਅਣਡਿੱਠਾ ਮੂੰਹ ਪੂਰੋ ਦੀਆਂ ਅੱਖਾਂ ਅੱਗੇ ਆ ਜਾਂਦਾ। ਟੁੱਟੇ ਹੋਏ ਪੱਤਰ ਵਰਗਾ ਲਾਜੋ ਦਾ ਮੂੰਹ, ਝੜੇ ਹੋਏ ਖੰਭ ਵਰਗਾ ਲਾਜੋ ਦਾ ਮੂੰਹ। ਪੂਰੋ ਸੋਚਦੀ, ਲਾਜੋ ਵਿਆਹੀ ਵਰੀ ਹੋਈ ਸੀ, ਖੌਰੇ ਉਹਦਾ ਕੋਈ ਬਾਲ ਵੀ ਹੋਣਾ ਹੈ। ਉਹਦੇ ਦਿਲ ਵਿੱਚ ਕੀ ਕੀ ਬੀਤੀਆਂ ਹੋਣਗੀਆਂ, ਉਹਦੇ ਹੱਡਾਂ ਨਾਲ ਕੀ ਕੀ ਗੁਜ਼ਰੀਆਂ ਹੋਣਗੀਆਂ। ਖੌਰੇ ਉਹ ਤੱਤੀ ਇਸ ਵੇਲੇ ਕਿੱਥੇ ਸੀ, ਉਹ ਉਹਨੂੰ ਕਿਵੇਂ ਲੱਭੇ, ਕਿਵੇਂ ਪਛਾਣੇ। ਪੂਰੋ ਸੋਚਦੀ, ਉਸ ਦਿਨ ਕਮਾਦਾਂ ਵਿੱਚ ਲੁਕੀ ਹੋਈ ਕੁੜੀ ਲਾਜੋ ਹੀ ਨਿਕਲ ਆਉਂਦੀ। ਉਹ ਉਹਨੂੰ ਕਾਫਲੇ ਨਾਲ ਰਲਾ ਆਉਂਦੀ, ਉਹ ਉਹਨੂੰ ਰਾਮ ਚੰਦ ਦੇ ਹਵਾਲੇ ਕਰ ਆਉਂਦੀ। ਪੂਰੋ ਨੇ ਸਾਰੀ ਦੀ ਸਾਰੀ ਗੱਲ ਰਸ਼ੀਦੇ ਨੂੰ ਦੱਸੀ ਤੇ ਰਸ਼ੀਦੇ ਦੇ ਪੈਰੀਂ ਡਿੱਗ ਪਈ। ਜਿਉਂ ਜਾਣਨਾ ਏ ਮੇਰੇ ਤੇ ਕਰਮ ਕਰ, ਮੈਂ ਸਾਰੀ ਉਮਰ ਤੇਰੇ ਕੋਲੋਂ ਕੁਝ ਨਹੀਂ ਮੰਗਿਆ, ਲਾਜੋ ਦਾ ਪਤਾ ਲਾ ਦੇ ਜਿਉਂ ਜਾਣਨਾ ਏ। ਪੂਰੋ ਦੀ ਅੱਖੋਂ ਅੱਥਰ ਨਹੀਂ ਸੀ ਸੁੱਕਦੀ। ਰਸ਼ੀਦੇ ਨੇ ਉਹਦੇ ਨਾਲ ਇਕਰਾਰ ਕੀਤਾ ਉਹ ਆਪਣੀ ਵੱਲੋਂ ਫਰਕ ਨਹੀਂ ਕਰੇਗਾ। ਰਸ਼ੀਦੇ ਨੂੰ ਇਹੋ ਥਹੁ ਲੱਗਦਾ ਸੀ ਲਾਜੋ ਹੈ ਤਾਂ ਰੱਤੋਵਾਲ ਵਿੱਚ ਹੀ। ਘਰੋਂ ਉਹ ਭਰਾ ਦੇ ਨਾਲ ਨਿਕਲੀ ਸੀ, ਕਾਫਲੇ ਵਿੱਚ ਰਲੀ ਕੋਈ ਨਹੀਂ। ਇਕੱਠੇ ਹੁੰਦੇ ਲੋਕਾਂ ਦੀ ਆਪੋ ਤਾਪੀ ਵਿੱਚ ਹੀ ਉਹ ਕਿਸੇ ਦੇ ਵੱਸ ਪੈ ਗਈ ਏ। ਰਸ਼ੀਦੇ ਨੇ 2 ਚੱਕਰ ਰੱਤੋਵਾਲ ਦੇ ਲਾਏ, ਪਰ ਉਹ ਲੋਕਾਂ ਦੇ ਵਿਹੜੇ ਕਿਸ ਤਰ੍ਹਾਂ ਫੋਲਦਾ। ਉਹ ਪਿੰਡ ਦੀਆਂ ਕਿਤਨੀਆਂ ਹੱਟੀਆਂ ਤੋਂ ਸੌਦਾ ਪੱਤਾ ਖਰੀਦਦਾ, ਪਰ ਉਹਨੂੰ ਕੋਈ ਸੂਹ ਨਾ ਲੱਗੀ। ਇੰਨਾ ਉਹਨੇ ਜ਼ਰੂਰ ਸੁਣਿਆ ਸੀ ਕਿ ਪਿੰਡ ਦੇ ਕੁਝ ਮੁੰਡਿਆਂ ਨੇ ਜਾਂਦੇ ਕਾਫਲੇ ਵਿੱਚੋਂ 2-4 ਕੁੜੀਆਂ ਉਡਾ ਲਈਆਂ ਸਨ। ਰਸ਼ੀਦੇ ਨੂੰ ਪੱਕਾ ਯਕੀਨ ਸੀ ਲਾਜੋ ਉਹਨਾਂ ਹੀ ਵਿੱਚੋਂ ਕਿਤੇ ਸੀ। ਉਸ ਪਿੰਡ ਵਾਲੇ ਰਸ਼ੀਦੇ ਤੋਂ ਜਾਣੂ ਨਹੀਂ ਸਨ। ਰਸ਼ੀਦੇ ਦਾ ਕੋਈ ਅੰਗ ਸਾਕ ਵੀ ਉਸ ਪਿੰਡ ਵਿੱਚ ਨਹੀਂ ਸੀ। ਕਿਹਦੇ ਕੋਲ ਉਹ 4 ਦਿਨ ਰਹਿੰਦਾ, ਕਿਹਦੇ ਕੋਲੋਂ ਉਹ ਪਿੰਡ ਦੀ ਕੋਈ 100 ਬੋ ਲੈਂਦਾ। ਰਸ਼ੀਦੇ ਦੇ ਨਾਲ ਪੂਰੋ ਨੇ ਇੱਕ ਬਣਤ ਬਣਾਈ। ਬੌਲੀ ਵਾਲੇ ਸਾਈਂ ਨੂੰ ਉਹ ਜਾਣਦੇ ਸਨ। ਦੋਵੇਂ ਜਣੇ ਬਾਲਾਂ ਨੂੰ ਲੈ ਕੇ ਸਾਈਂ ਦੀ ਇੱਕ ਕੋਠੜੀ ਵਿੱਚ ਜਾ ਟਿਕੇ। ਪੂਰੋ ਦੀਆਂ ਉਂਝ ਵੀ ਫਿਕਰ ਨਾਲ ਰਾਤਾਂ ਜਾਗ ਜਾਗ ਕੇ ਅੱਖੀਆਂ ਕੁੱਟੀਆਂ ਹੋਈਆਂ ਸਨ। ਰੋਜ਼ ਸਵੇਰੇ ਪੂਰੋ ਨਮਾਜ਼ ਪੜ੍ਹ ਕੇ ਬੌਲੀ ਦੇ ਪਾਣੀ ਨਾਲ ਅੱਖੀਆਂ ਧੋਂਦੀ, ਸਾਈਂ ਨੂੰ ਸ਼ੀਰਨੀ ਚੜ੍ਹਾਉਂਦੀ ਤੇ ਦਿਹਾੜੀ ਕੋਰੇ ਖੇਸਾਂ ਦੀ ਗੰਢ ਬੰਨ੍ਹ ਕੇ ਪਿੰਡ ਵਿੱਚ ਵੇਚਣ ਤੁਰ ਪੈਂਦੀ। ਪਿੰਡ ਦੇ ਮਰਦ ਮਾਣੂ ਖੇਤਾਂ ਉੱਤੇ ਹੁੰਦੇ ਸਨ। ਪਿੰਡ ਦੀਆਂ ਤੀਵੀਆਂ ਘਰਾਂ ਵਿੱਚ ਕੱਲੀਆਂ ਕਾਰੀਆਂ ਆਪਣੇ ਆਹਰ ਪਾਹਰ ਲੱਗੀਆਂ ਹੁੰਦੀਆਂ। ਪੂਰੋ ਹਰ ਇੱਕ ਵਿਹੜੇ ਵਿੱਚ ਜਾ ਪੁੱਛਦੀ। ਉਹ ਏਡੀ ਕੀਮਤ ਖੇਸਾਂ ਦੀ ਦੱਸਦੀ ਸੀ, ਉਹਦਾ ਭਾਅ ਕਿਸੇ ਨਾਲ ਘੱਟ ਹੀ ਬਣਦਾ ਸੀ। ਉਂਝ ਵੀ ਪਿੰਡਾਂ ਵਿੱਚ ਲੋਕਾਂ ਕੋਲ ਦਰੀਆਂ ਖੇਸ ਆਪਣੇ ਹੀ ਬਣਾਏ ਹੋਏ ਬਥੇਰੇ ਹੁੰਦੇ ਨੇ। ਉੱਤੋਂ ਉਹਨਾਂ ਨੂੰ ਲੁੱਟਮਾਰ ਵਿੱਚੋਂ ਬਥੇਰਾ ਕੁਝ ਲੱਭ ਗਿਆ ਸੀ। ਕਿਸੇ ਨੂੰ ਖਰੀਦਣ ਦੀ ਚਾਹ ਨਹੀਂ ਸੀ, ਪਰ ਪੂਰੋ ਢੀਠਾਂ ਦੇ ਤਰਾਣ ਅਗਲਿਆਂ ਦੇ ਵਿਹੜਿਆਂ ਵਿੱਚ ਜਾ ਬਹਿੰਦੀ, ਅੰਦਰ ਬਾਹਰ ਝਾਕਦੀ, ਜ਼ਨਾਨੀਆਂ ਨੂੰ ਗੱਲੀਂ ਕੱਥੀ ਲਾ ਲੈਂਦੀ, ਪਿੰਡ ਦੀ ਲੁੱਟ ਦੀਆਂ ਗੱਲਾਂ ਛੇੜ ਲੈਂਦੀ, ਕੀ ਕਿਸੇ ਦੇ ਹਿੱਸੇ ਆਇਆ ਸੀ ਹੱਸ ਕੇ ਉਹਨਾਂ ਨੂੰ ਪੁੱਛਦੀ, ਫਿਰ ਹਿੰਦੂਆਂ ਦੇ ਛੱਡੇ ਹੋਏ ਮਕਾਨਾਂ ਦੀ ਗੱਲ ਛੇੜ ਲੈਂਦੀ। ਪੂਰੋ ਨੂੰ ਰਾਮਚੰਦ ਦੇ ਘਰ ਦੀ ਪਛਾਣ ਨਹੀਂ ਸੀ, ਪਰ ਉਹਨੇ ਗੱਲਾਂ ਕਥਾਂ ਤੋਂ ਉਹਦੇ ਘਰ ਦਾ ਥਹੁ ਲਾ ਲਿਆ ਸੀ। ਰਸ਼ੀਦੇ ਤੇ ਪੂਰੋ ਨੂੰ ਡਾਢਾ ਸ਼ੱਕ ਸੀ, ਹੋਵੇ ਨਾ ਹੋਵੇ ਜਿਹਨੇ ਲਾਜੋ ਨੂੰ ਖੜਿਆ ਸੀ ਉਹਨੇ ਖੌਰੇ ਲਾਜੋ ਦੇ ਘਰ ਨੂੰ ਵੀ ਸਾਂਭਿਆ ਹੋਵੇ। ਪੂਰੋ ਨੇ ਉਸ ਘਰ ਵਿੱਚ ਇੱਕ ਅੱਧਾ ਫੇਰ ਵੀ ਲਾਇਆ, ਪਰ ਇੱਕ ਬੁੱਢੀ ਜ਼ਨਾਨੀ ਬਾਹਰਲੀ ਡਿਉੜੀ ਵਿੱਚੋਂ ਹੀ ਉਹਨੂੰ ਮੋੜ ਦਿੰਦੀ ਸੀ ਕਿ ਉਹਨਾਂ ਨੇ ਕੁਝ ਨਹੀਂ ਲੈਣਾ। ਇੱਕ ਦਿਹਾੜੇ ਪੂਰੋ ਜਿਵੇਂ ਜ਼ੋਰੀ ਕਿਸੇ ਦੇ ਅੰਦਰ ਵੜੀਦਾ ਏ ਵਿਹੜੇ ਵਿੱਚ ਚਲੀ ਗਈ। ਅੰਮਾ ਨਾ ਕੁਝ ਲਵੀਂ, ਵੇਖ ਤੇ ਲੈ, ਮੈਂ ਤੇਰੇ ਕੋਲੋਂ ਵੇਖਣ ਦਾ ਮੁੱਲ ਤੇ ਨਹੀਂ ਮੰਗਦੀ। ਤੇ ਪੂਰੋ ਨੇ ਖੇਸਾਂ ਦੀ ਗੰਢ ਭੋਏ ਤੇ ਰੱਖ ਕੇ ਖੇਸ ਖਿਲਾਰ ਦਿੱਤੇ। ਵਿਹੜੇ ਵਿੱਚ ਉਸ ਬੁੱਢੀ ਤੋਂ ਬਗੈਰ ਕੋਈ ਵੀ ਨਹੀਂ ਸੀ। ਅੱਲਾ ਫਜ਼ਲ ਕਰੇ ਮੈਨੂੰ ਪਾਣੀ ਦਾ ਘੁੱਟ ਤੇ ਪਿਆ, ਸਵੇਰ ਦੀ ਤਰੁੱਟ ਲੱਥੀ ਆ। ਪੂਰੋ ਨੇ ਬੁੱਢੀ ਨੂੰ ਹਿੰਮਤ ਨਾਲ ਕਿਹਾ, ਪਾਣੀ ਛੱਡ ਕੇ ਤੂੰ ਲੱਸੀ ਦਾ ਛੰਨਾ ਪੀ ਲੈ, ਪਰ ਜੇ ਤੂੰ ਖੇਸ ਚਾਦਰਾਂ ਵੇਚਣੀਆਂ ਨੇ ਤੇ ਕਿਸੇ ਸ਼ਹਿਰ ਵਿੱਚ ਜਾ, ਉੱਥੇ ਲੋਕੀ ਨਾ ਕੱਤਦੇ ਨੇ ਨਾ ਤੁੰਬਦੇ ਨੇ, ਪਿੰਡਾਂ ਵਿੱਚ ਕਿਹਦੇ ਕੋਲ ਖੇਸਾਂ ਦਾ ਘਾਟਾ ਏ। ਬੁੱਢੀ ਨੇ ਪੂਰੋ ਨੂੰ ਸਲਾਹ ਦਿੱਤੀ ਤੇ ਅੰਦਰ ਵੱਲ ਮੂੰਹ ਕਰਕੇ ਆਵਾਜ਼ ਦਿੱਤੀ, ਨੇਕ ਬਖਤੀਏ, ਲੱਸੀ ਦਾ ਇੱਕ ਕਟੋਰਾ ਤੇ ਲਿਆ। ਪੂਰੋ ਦਾ ਜੀ ਧੜਕਣ ਲੱਗ ਪਿਆ। ਅੰਦਰੋਂ ਆਉਣ ਵਾਲੀ ਮੁਟਿਆਰ ਦਾ ਮੂੰਹ ਸੱਚੀ ਮੁੱਚੀ ਟੁੱਟੇ ਹੋਏ ਪੱਤਰ ਵਰਗਾ ਸੀ, ਖੁੱਸੇ ਹੋਏ ਖੰਭ ਵਰਗਾ ਸੀ। ਪੂਰੋ ਦਾ ਮੱਥਾ ਠਣਕਿਆ, ਹੋਵੇ ਨਾ ਹੋਵੇ ਤਾਂ ਇਹ ਲਾਜੋ ਏ। ਜਿੰਨਾ ਚਿਰ ਪੂਰੋ ਨੂੰ ਲਾਜੋ ਦਾ ਕਿਤੇ ਸ਼ੱਕ ਨਹੀਂ ਸੀ ਪਿਆ, ਉਨਾ ਚਿਰ ਪੂਰੋ ਨੂੰ ਇੱਕ ਲਗਨ ਸੀ ਕਿ ਕਿਤੇ ਲਾਜੋ ਦਿਸੇ। ਹੁਣ ਪੂਰੋ ਨੂੰ ਲਾਜੋ ਦਾ ਸ਼ੱਕ ਪੈ ਗਿਆ ਸੀ, ਪਰ ਉਸਨੂੰ ਸਮਝ ਨਾ ਆਵੇ ਕਿਵੇਂ ਉਹ ਆਪਣੇ ਸ਼ੱਕ ਦੀ ਨਿਵਰਤੀ ਕਰੇ। ਕੁੜੀ ਵੱਲ ਜਿਹੀ ਤੇ ਹੈ ਵੇ, ਪੂਰੋ ਨੇ ਬੁੱਢੀ ਨੂੰ ਬੜੀ ਹਮਦਰਦੀ ਨਾਲ ਕਿਹਾ ਤੇ ਮੁਟਿਆਰ ਦੇ ਹੱਥੋਂ ਲੱਸੀ ਦਾ ਕਟੋਰਾ ਫੜ ਲਿਆ। ਵਾਲੀ ਏ, ਐਵੇਂ ਜ਼ਰਾ, ਬੁੱਢੀ ਨੇ ਗੱਲ ਆਈ ਗਈ ਕਰ ਦਿੱਤੀ। ਲੂਣ ਦੀ ਡਲੀ ਹੈ ਵੇ, ਰਤਾ ਹੋਰ ਲਵਾਂ। ਪੂਰੋ ਨੇ ਲੱਸੀ ਦਾ ਇੱਕ ਘੁੱਟ ਭਰ ਕੇ ਕਟੋਰਾ ਹੱਥ ਵਿੱਚ ਫੜ ਲਿਆ।
ਮੁਟਿਆਰ ਨੇ ਚੁੱਪਚਾਪ ਲੂਣ ਦੀ ਡਲੀ ਲਿਆ ਕੇ ਪੂਰੋ ਦੇ ਅੱਗੇ ਕਰ ਦਿੱਤੀ। ਪੂਰੋ ਨੇ ਉਹਦੇ ਹੱਥੋਂ ਡਲੀ ਫੜਨ ਲੱਗਿਆਂ ਉਹਦੀ ਇੱਕ ਉਂਗਲ ਨੂੰ ਦਬਾਇਆ। ਮੁਟਿਆਰ ਜ਼ਰਾ ਤ੍ਰਭਕ ਕੇ ਪੂਰੋ ਵੱਲ ਤੱਕੀ, ਪਰ ਨਾ ਉਹਦੇ ਹੋਠਾਂ ਉੱਤੇ ਕੋਈ ਹਾਸੀ ਆਈ, ਨਾ ਉਹਦੇ ਮੂੰਹੋਂ ਕੋਈ ਹਰਫ ਨਿਕਲਿਆ। ਕੁੜੀ ਗੰਨੇ ਦੇ ਛਿੱਲੜ ਵਾਂਗਣ ਪੀਤੀ ਹੋਈ ਸੀ। ਪੂਰੋ ਨੂੰ ਹੋਰ ਵੀ ਯਕੀਨ ਹੋ ਗਿਆ, ਇਹ ਕੁੜੀ ਲਾਜੋ ਭਾਵੇਂ ਨਾ ਹੋਵੇ, ਪਰ ਹੈ ਕੋਈ ਜ਼ੋਰੀ ਵਸਾਈ ਹੋਈ ਕੁੜੀ ਸੀ। ਪੂਰੋ ਨੂੰ ਘਰ ਦਾ ਪੱਕਾ ਥਹੁ ਲੱਗ ਗਿਆ ਸੀ ਕਿ ਇਹੋ ਘਰ ਰਾਮਚੰਦ ਹੋਰਾਂ ਦਾ ਘਰ ਹੁੰਦਾ ਸੀ। ਪੂਰੋ ਨੂੰ ਪੱਕਾ ਯਕੀਨ ਬੱਝੇ ਹੋਵੇ ਨਾ ਤਾਂ ਇਹ ਕੁੜੀ ਲਾਜੋ ਹੀ ਸੀ। ਲੱਸੀ ਦੀ ਡੀਕ ਲਾ ਕੇ ਕਟੋਰਾ ਭੋਏ ਤੇ ਰੱਖਣ ਲੱਗਿਆਂ ਪੂਰੋ ਨੇ ਮੁਟਿਆਰ ਦੀ ਬਾਂਹ ਫੜ ਲਈ। ਆਖ ਹਾਂ, ਮੈਂ ਤੇਰੀ ਨਾੜ ਵੇਖਾਂ, ਰੰਗ ਤੇ ਤੇਰਾ ਵਸਾਰ ਵਰਗਾ ਹੋਇਆ ਹੋਇਆ। ਕਹਿੰਦੀ ਕਹਿੰਦੀ ਪੂਰੋ ਨੇ ਇੱਕ ਹੱਥ ਨਾਲ ਉਹਦੀ ਖੱਬੀ ਬਾਂਹ ਦਾ ਝੱਗਾ ਪਿਛਾਂਹ ਨੂੰ ਸਰਕਾ ਦਿੱਤਾ। ਮੁਟਿਆਰ ਦੀ ਬਾਂਹ ਉੱਤੇ ਹਿੰਦੀ ਵਿੱਚ ਨਾਵਾਂ ਖੁਦਿਆ ਹੋਇਆ ਸੀ, ਲਾਜੋ। ਮੁਟਿਆਰ ਫੇਰ ਵੀ ਨਾ ਬੋਲੀ ਚਾਲੀ। ਪੋਹ ਮਾਘ ਦੇ ਕੋਰੇ ਵਾਕਰ ਚੁੱਪ ਉਹਦੇ ਹੋਠਾਂ ਉੱਤੇ ਜੰਮੀ ਹੋਈ ਸੀ। ਕੋਈ ਧਾਗਾ ਕਰ ਦੇ ਖਾਂ, ਕੁੜੀ ਘਰ ਵਿੱਚ ਰਚ ਮਿਚ ਜਾਵੇ, ਮੁੰਡੇ ਨਾਲ ਵੀ ਨਹੀਂ ਕੁੰਦੀ ਸਹਿੰਦੀ, ਬੁੱਢੀ ਨੇ ਲੱਥੇ ਹੋਏ ਮੂੰਹ ਨਾਲ ਆਖਿਆ। ਪੂਰੋ ਨੂੰ ਆਪਣਾ ਆਪ ਸਾਂਭਣਾ ਔਖਾ ਹੋਇਆ ਸੀ। ਫੇਰ ਵੀ ਪੂਰੋ ਨੇ ਕਾਲੀ ਕਾਲੀ ਜਵਾਬ ਦਿੱਤਾ, ਮੇਰੇ ਕੋਲ ਅਜਿਹਾ ਤਵੀਤ ਹੈਗਾ ਏ, ਇਹ ਦਿਨਾਂ ਵਿੱਚ ਹੀ ਮਕਈ ਦੇ ਦਾਣੇ ਵਾਂਗਰ ਖਿੜ ਪਏਗੀ। ਮੈਂ ਤੇਰਾ ਦੇਣੀਆਂ ਦੇਵਾਂਗੀ, ਮੈਨੂੰ ਉਹ ਤਵੀਤ ਲਿਆ ਦੇ। ਬੁੱਢੀ ਨੇ ਪੂਰੋ ਦੀ ਚਾਦਰ ਫੜ ਲਈ। ਲੈ, ਮੈਂ ਕੱਲ ਹੀ ਲੈ ਆਵਾਂਗੀ, ਅੱਲਾ ਨੇ ਖੈਰ ਕੀਤਾ ਤਾਂ। ਕਹਿੰਦੀ ਕਹਿੰਦੀ ਪੂਰੋ ਨੇ ਖੇਸਾਂ ਦੀ ਗੰਢ ਬੰਨ੍ਹ ਲਈ। ਮੁਟਿਆਰ ਇੱਕ ਗੂੰਗੇ ਬੋਲੇ ਬੁੱਤ ਵਾਂਗਣ ਉਹਦੇ ਵੱਲ ਵੇਂਦੀ ਪਈ ਸੀ। ਖੇਸਾਂ ਦੀ ਗੰਢ ਹੇਠਾਂ ਅੱਜ ਪੂਰੋ ਦਾ ਲੱਕ ਟੁੱਟਦਾ ਜਾਂਦਾ ਸੀ। ਮਸਾਂ ਕਿਤੇ ਉਹ ਆਪਣੀ ਬੌਲੀ ਵਾਲੀ ਕੋਠੜੀ ਵਿੱਚ ਅੱਪੜੀ। ਹੁਣ ਅੱਗੋਂ ਤੂੰ ਜਾਣ, ਤੇਰਾ ਕੰਮ। ਪੂਰੋ ਨੇ ਰਸ਼ੀਦੇ ਨੂੰ ਸਾਰੀ ਗੱਲ ਸੁਣਾ ਕੇ ਆਖਿਆ। ਕੋਈ ਐਸੀ ਵਿਉਂਤ ਬਣੇ, ਰਸ਼ੀਦਾ ਸੋਚਣ ਲੱਗ ਪਿਆ, ਜਿਵੇਂ ਮੈਨੂੰ ਘੋੜੀ ਤੇ ਪਾ ਲਿਆ ਸਹੀ, ਹੁਣ ਵੀ ਹਿੰਮਤ ਕਰ। ਪੂਰੋ ਨੇ ਰਸ਼ੀਦੇ ਨੂੰ ਟਕੋਰ ਲਾਈ ਤੇ ਹੱਸ ਪਈ। ਫੇਰ ਪੂਰੋ ਤੇ ਰਸ਼ੀਦਾ ਕਿੰਨੀਆਂ ਹੀ ਵਿਉਂਤਾਂ ਬਣਾਉਂਦੇ ਰਹੇ, ਪਰ ਕੋਈ ਜੱਚਦੀ ਨਾ। ਰਸ਼ੀਦਾ ਆਂਦਾ ਇੱਥੋਂ ਤੇ ਉਹਨੂੰ ਨਸਾ ਕੇ ਲੈ ਜਾਣਾ ਔਖਾ ਨਹੀਂ ਸੀ, ਪਰ ਅੱਗੋਂ ਉਹਨੂੰ ਅਪਣਾਵਾਂਗੇ ਕਿਵੇਂ? ਪੂਰੋ ਨੂੰ ਅੱਗੇ ਕਦੇ ਨਹੀਂ ਸੀ ਖਿਆਲ ਆਇਆ, ਪਰ ਅੱਜ ਉਹਨੂੰ ਇੱਕ ਹੋਰ ਸੋਚ ਆਈ। ਮੇਰੇ ਮਾਂ-ਪਿਓ ਨੇ ਮੈਨੂੰ ਨਾ ਮੁੜ ਕੇ ਕਬੂਲਿਆ ਆਪਣੀ ਧੀ ਨੂੰ, ਹੁਣ ਆਪਣੀ ਨੂੰਹ ਨੂੰ ਕਬੂਲ ਲੈਣਗੇ? ਜੇ ਉਹਨਾਂ ਵਾਪਸ ਲੈ ਲੈਣ ਤੋਂ ਹੀ ਨਾ ਕਰ ਦਿੱਤੀ ਤਾਂ? ਰਸ਼ੀਦੇ ਨੇ ਪੂਰੋ ਨੂੰ ਦੱਸਿਆ ਕਿ ਹੁਣ ਉਹਨਾਂ ਦੀਆਂ ਸਰਕਾਰਾਂ ਵੱਲੋਂ ਐਲਾਨ ਨਿਕਲੇ ਸਨ ਕਿ ਜ਼ੋਰੀ ਚੁੱਕੀਆਂ ਕੁੜੀਆਂ ਨੂੰ ਲੱਭ-ਲੱਭ ਕੇ ਵਾਪਸ ਦੇ ਦਿਓ, ਕਿਉਂਕਿ ਉਹਨਾਂ ਦੇ ਬਦਲੇ ਵਿੱਚ ਦੂਜੇ ਪਾਸੇ ਦੀਆਂ ਲੱਭੀਆਂ ਹੋਈਆਂ ਕੁੜੀਆਂ ਮਿਲਣੀਆਂ ਸਨ। ਸਾਰੀਆਂ ਕੁੜੀਆਂ ਦੇ ਮਾਪੇ ਉਹਨਾਂ ਨੂੰ ਵਾਪਸ ਲੈ ਲੈਣਗੇ। ਪੂਰੋ ਦੇ ਜੀਅ ਵਿੱਚ ਘਾਟ ਪਈ। ਉਹਦੀ ਵਾਰੀ ਦੁਨੀਆ ਦੇ ਸਾਰੇ ਧਰਮ ਉਹਦੇ ਰਾਹ ਵਿੱਚ ਕੰਡੇ ਬਣ ਕੇ ਵਿਚ ਗਏ ਸਨ। ਉਹਦੇ ਮਾਪੇ ਨਹੀਂ ਸਨ ਉਹਨੂੰ ਕਬੂਲਦੇ, ਉਹਦੇ ਸਹੁਰੇ ਨਹੀਂ ਸਨ ਉਹਨੂੰ ਕਬੂਲਦੇ। ਅੱਜ ਸਭਨਾ ਮਜ਼ਹਬਾਂ ਦੇ ਮਾਣ ਟੁੱਟ ਗਏ ਸਨ। ਅੱਜ ਆਪਣੀਆਂ ਸਾਰੀਆਂ ਸੋਚਾਂ ਪੂਰੋ ਨੇ ਡੱਕ ਲਈਆਂ ਤੇ ਉਹ ਸਿਰਫ ਲਾਜੋ ਨੂੰ ਸੋਚਣ ਲੱਗ ਪਈ। ਗੀਟੀਆਂ ਗਿਣ-ਗਿਣ ਕੇ ਪੂਰੋ ਨੇ ਰਾਤ ਕੱਢੀ। ਉਹ ਦੂਜੀ ਭਲਕ ਵੇਲੇ ਦਾ ਥਹੁ ਲਾਂਦੀ ਰਹੀ ਕਿ ਕਿਹੜੇ ਕੁ ਵੇਲੇ ਲਾਜੋ ਦੇ ਘਰ ਵਾਲੀ ਬੁੱਢੀ ਆਪਣੇ ਪੁੱਤਰ ਨੂੰ ਖੇਤਾਂ ਵਿੱਚ ਰੋਟੀ ਦੇਣ ਗਈ ਹੋਵੇਗੀ। ਉਸਨੇ 2 ਕੁ ਕੋਰੇ ਖੇਸ ਸਿਰ ਉੱਤੇ ਰੱਖੇ ਤੇ ਲੀੜੇ ਦੀ ਕੰਨੀ ਵਿੱਚ ਕਾਗਜ਼ ਵਿੱਚ ਵਲੇਟੀ ਹੋਈ ਚੁਟਕੀ ਕੁ ਸੁਆਹ ਬੰਨ੍ਹ ਲਈ। ਲਾਜੋ ਦੇ ਘਰ ਦਾ ਭੀੜਿਆ ਹੋਇਆ ਬੂਹਾ ਹੱਥਾਂ ਨਾਲ ਖੋਲ੍ਹਣ ਲੱਗਿਆਂ ਪੂਰੋ ਨੇ ਸਾਰੇ ਪੀਰ ਫਕੀਰ ਧਿਆਏ। ਪੂਰੋ ਨੂੰ ਚੁਰੋਕਣੇ ਭੁੱਲੇ ਹੋਏ ਦੇਵੀ ਦੇਵਤਿਆਂ ਦੇ ਨਾਂ ਚੇਤੇ ਆਏ। ਉਸ ਤੋਂ ਪਹਿਲਾਂ ਕਿਸੇ ਵੀ ਦਿਨ ਰੱਬ ਤੇ ਖੁਦਾ ਦਾ ਨਾਂ ਲੈਣ ਲੱਗਿਆਂ ਪੂਰੋ ਕਹਿ ਦਿੰਦੀ ਹੁੰਦੀ ਸੀ ਕਿ ਰੱਬ ਉਹਦਾ ਮਤਰੇਆ ਪਿਓ ਏ, ਖੁਦਾ ਦੀ ਉਹ ਮਤਰੇਈ ਧੀ ਏ, ਕਿਸੇ ਵੀ ਰੱਬ ਖੁਦਾ ਨੂੰ ਉਹਦੀ ਖਿੱਚ ਪੀੜ ਨਹੀਂ। ਪਰ ਅੱਜ ਪੂਰੋ ਨੂੰ ਇੱਕ ਸਹਿਮ ਆ ਗਿਆ। ਉਸਨੇ ਝਿਜਕ ਜਿਹੀ ਵਿੱਚ ਕਿਸੇ ਰੱਬ ਰਹੀਮ ਨੂੰ ਚੇਤੇ ਕੀਤਾ ਕਿ ਕਿਵੇਂ ਉਹਦਾ ਮੇਲ ਇਕੱਲੀ ਲਾਜੋ ਨਾਲ ਹੋ ਜਾਵੇ। ਦੁਪਹਿਰਾਂ ਦਾ ਭੱਤੇ ਵੇਲਾ ਪੂਰੋ ਨੂੰ ਬੌੜ ਪਿਆ ਸੀ। ਬੁੱਢੀ ਆਪਣੇ ਪੁੱਤਰ ਨੂੰ ਰੋਟੀ ਦੇਣ ਗਈ ਹੋਈ ਸੀ ਤੇ ਕੱਲੀ ਕਾਰੀ ਲਾਜੋ ਵਿਹੜੇ ਵਿੱਚ ਇੱਕ ਅਲਾਣੀ ਮੰਜੀ ਉੱਤੇ ਪਈ ਹੋਈ ਸੀ। ਅੰਮਾ ਕਿੱਥੇ ਵੇ? ਪੂਰੋ ਨੇ ਵਿਹੜੇ ਵਿੱਚ ਪੈਰ ਪਾਉਂਦਿਆਂ ਹੀ ਪੁੱਛ ਲਿਆ। ਖੇਤਾਂ ਵੱਲ ਗਈ ਏ, ਲਾਜੋ ਨੇ ਕੱਲ ਦੀ ਖੇਸ ਵੇਚਣ ਵਾਲੀ ਨੂੰ ਤੱਕ ਕੇ ਕਿਹਾ। ਖੇਸਾਂ ਵਾਲੀ ਨਾਲ ਜਾਗੀ ਹੋਈ ਲਾਜੋ ਦੀ ਦਿਲਚਸਪੀ ਲਾਜੋ ਦੇ ਮੂੰਹ ਉੱਤੋਂ ਪਈ ਲੱਭਦੀ ਸੀ। ਲਾਜੋ ਮੰਜੀ ਉੱਤੇ ਉੱਠ ਕੇ ਬਹਿ ਗਈ। ਪੂਰੋ ਨੂੰ ਇੱਕੇ ਵਾਰਗੀ ਆਪਣੀ ਮਾਂ ਦੀ ਸ਼ਕਲ, ਆਪਣੀ ਭੈਣ ਦੀ ਸ਼ਕਲ, ਆਪਣੀ ਭਾਬੀ ਦੀ ਸ਼ਕਲ ਲਾਜੋ ਦੇ ਮੂੰਹ ਵਿੱਚੋਂ ਦਿਸੀ। ਪੂਰੋ ਲਾਜੋ ਦੇ ਗਲ ਨਾਲ ਚੁਮੁੱਟ ਗਈ। ਪੂਰੋ ਦੇ ਅੰਦਰੋਂ ਰੋਣ ਉੱਠਿਆ। ਉਹਨੂੰ ਲੱਗਿਆ ਉਹਦਾ ਰੋਣ ਕੰਧਾਂ ਨੂੰ ਪਾੜ ਦੇਵੇਗਾ, ਉਹਦਾ ਰੋਣ ਖੇਤਾਂ ਨੂੰ ਚੀਰ ਜਾਏਗਾ, ਉਹਦਾ ਰੋਣ ਪਿੰਡਾਂ ਨੂੰ ਲੰਘ ਜਾਏਗਾ, ਉਹਦਾ ਰੋਣ ਸ਼ਹਿਰਾਂ ਨੂੰ ਟੱਪ ਜਾਏਗਾ, ਉਹਦਾ ਰੋਣ। ਪੂਰੋ ਨੇ ਆਪਣਾ ਰੋਣ ਸੰਗ ਵਿੱਚੋਂ ਵੀ ਬਾਹਰ ਨਾ ਨਿਕਲਣ ਦਿੱਤਾ। ਤੂੰ ਲਾਜੋ ਏ, ਮੇਰੀ ਭਾਬੀ। ਪੂਰੋ ਨੇ ਸਾਰੇ ਗੁਬਾਰ ਆਪਣੇ ਅੰਦਰ ਵਲੇਟ ਕੇ ਆਖਿਆ। ਤੂੰ ਪੂਰੋ ਏ? ਲਾਜੋ ਨੇ ਉਹਦੀ ਛਾਤੀ ਨਾਲੋਂ ਲੈ ਕੇ ਉਹਦਾ ਮੂੰਹ ਵੇਖਿਆ, ਪਰ ਲਾਜੋ ਨੇ ਪਹਿਲਾਂ ਕਦੇ ਪੂਰੋ ਨੂੰ ਤੱਕਿਆ ਨਹੀਂ ਸੀ ਜੋ ਪਛਾਣਦੀ। ਫਿਰ ਵੀ ਲਾਜੋ ਨੂੰ ਪੂਰੋ ਦਾ ਮੂੰਹ ਸਗਵੇਂ ਦਾ ਸਗਵਾਂ ਪੂਰੋ ਦੇ ਭਰਾ ਵਰਗਾ ਲੱਗਾ, ਆਪਣੇ ਖਾਵੰਦ ਵਰਗਾ। ਲਾਜੋ ਨੂੰ ਇੱਕ ਗੱਚ ਆਇਆ, ਜਿਵੇਂ ਉਹ ਆਪਣੇ ਖਾਵੰਦ ਦੇ ਮੂੰਹ ਸਾਹਮਣੇ ਅੱਖਾਂ ਨਾ ਚੁੱਕ ਸਕਦੀ ਹੋਵੇ। ਲਾਜੋ ਪੂਰੋ ਦੀਆਂ ਲੱਤਾਂ ਉੱਤੇ ਢਹਿ ਪਈ।
ਲਾਜੋ ਦੇ ਅੰਦਰ ਜੋ ਜੋ ਪਈਆਂ ਬੀਤਦੀਆਂ ਸਨ, ਖੌਰੇ ਪੂਰੋ ਦੀਆਂ ਆਪਣੀਆਂ ਨਾੜਾਂ ਵਿੱਚੋਂ ਪਈਆਂ ਲੰਘਦੀਆਂ ਸਨ। ਪੂਰੋ ਨੂੰ ਕੁਝ ਵੀ ਪੁੱਛਣ ਗੋਚਰਾ ਨਹੀਂ ਸੀ। ਪੂਰੋ ਨੇ ਘੁੱਟ-ਘੁੱਟ ਕੇ ਲਾਜੋ ਨੂੰ ਕਲੇਜੇ ਨਾਲ ਲਾਇਆ। ਕੋਈ ਆ ਜਾਏਗਾ ਲਾਜੋ, ਮੇਰੀ ਗੱਲ ਸੁਣ। ਪੂਰੋ ਨੂੰ ਸਮੇਂ ਦੀ ਸੁਰਤ ਆਈ। ਲਾਜੋ ਦੀਆਂ ਭੁੱਬਾਂ ਨਹੀਂ ਸਨ ਰੁਕਦੀਆਂ, ਲਾਜੋ ਦਾ ਸਾਹ ਨਹੀਂ ਸੀ ਸਾਹ ਵਿੱਚ ਰਲਦਾ। ਉਹ ਕਿਹੜੇ ਵੇਲੇ ਪਰਤ ਆਉਂਦੀ ਏ? ਪੂਰੋ ਨੇ ਫੇਰ ਪੁੱਛਿਆ। ਮੈਨੂੰ ਕੁਝ ਨਹੀਂ ਪਤਾ, ਮੈਨੂੰ ਆਪਣੇ ਕੋਲ ਲੈ ਚੱਲ। ਲਾਜੋ ਸਿੱਧੀ ਨਹੀਂ ਸੀ ਹੁੰਦੀ, ਪੂਰੋ ਦੀਆਂ ਲੱਤਾਂ ਨਾਲੋਂ ਲਹਿੰਦੀ ਨਹੀਂ ਸੀ। ਲੈਣ ਤੇ ਆਈ ਆਂ, ਹੋਰ ਕਰਨ ਕੀ ਆਈ ਆਂ, ਮੇਰੀ ਗੱਲ ਤੇ ਸੁਣ। ਪੂਰੋ ਨੇ ਮੋਢਿਆਂ ਤੋਂ ਫੜ ਕੇ ਲਾਜੋ ਦਾ ਮੂੰਹ ਉੱਚਾ ਕੀਤਾ। ਹਾਏ, ਮੈਨੂੰ ਲੈ ਚੱਲ, ਪਰ ਤੂੰ ਸੰਭਲ ਕੇ ਬੈਠ, ਕੋਈ ਉੱਤੋਂ ਆ ਜਾਏਗਾ। ਮੈਨੂੰ ਲੈ ਕੇ ਨੱਸ ਚੱਲ, ਮੈਂ ਸਾਰੀ ਉਮਰ ਤੇਰੀ ਚਾਕਰ ਬਣ ਕੇ ਰਵਾਂਗੀ। ਕਮਲੀ ਨਾ ਬਣ, ਇੰਜ ਮੈਂ ਨਸਾ ਕੇ ਕਿੱਥੇ ਲੈ ਜਾਵਾਂ, ਮੇਰੀ ਗੱਲ ਸੁਣ। ਹਾਏ, ਮੈਂ ਕਿੱਥੇ ਜਾਵਾਂਗੀ, ਮੈਂ ਇੱਥੇ ਹੀ ਤਰਕ ਕੇ ਮਰ ਜਾਵਾਂਗੀ। ਲਾਜੋ ਦੇ ਮੂੰਹ ਉੱਤੋਂ ਅੱਥਰੂ ਨਹੀਂ ਸਨ ਸੁੱਕਦੇ। ਪੂਰੋ ਡਰਦੀ ਸੀ, ਗੱਲ ਵੀ ਨਹੀਂ ਕਰ ਹੋਣੀ ਤੇ ਉੱਤੋਂ ਬੁੱਢੀ ਆ ਜਾਣੀ ਹੈ। ਪੂਰੋ ਨੇ ਪੱਲੇ ਨਾਲ ਲਾਜੋ ਦਾ ਮੂੰਹ ਪੂੰਝਿਆ ਤੇ ਵਾਸਤੇ ਦੇ ਕੇ ਉਹਨੂੰ ਚੁੱਪ ਕਰਾਇਆ। ਕਦੇ ਤੂੰ ਬਾਹਰ ਜਾਨੀ ਏ? ਨਾ, ਪਰ ਸਵੇਰੇ ਤਾਂ ਪੈਲੀਆਂ ਨੂੰ ਜਾਂਦੀ ਹੋਵੇਂਗੀ, ਨਾਲ ਉਹ ਹੁੰਦੀ ਏ। ਅੱਜ ਸਬੱਬ ਨਾਲ ਮੱਸਿਆ ਏ। ਅੱਜ ਰਾਤ ਨੂੰ ਜੇ ਤੂੰ ਬਾਹਰਲੇ ਖੂਹ ਕੋਲ ਆ ਸਕੇ, ਉੱਥੇ ਰਸ਼ੀਦਾ ਘੋੜੀ ਲੈ ਕੇ ਖਲੋਤਾ ਹੋਵੇਗਾ। ਲਾਜੋ ਜਿਵੇਂ ਚੱਕ ਗਈ। ਉਹਨੂੰ ਰਾਤੀ ਖੂਹ ਕੋਲ ਇਕੱਲਿਆਂ ਪਹੁੰਚਣਾ ਹੀ ਮੁਹਾਲ ਲੱਗਦਾ ਸੀ। ਫਿਰ ਉਹ ਰਸ਼ੀਦੇ ਨੂੰ ਜਾਣਦੀ ਵੀ ਨਹੀਂ ਸੀ, ਤੇ ਜੇ ਕਿਸੇ ਨੇ ਤੱਕ ਲਿਆ ਤੇ ਕਿਸੇ ਦੀ ਜਾਨ ਸਲਾਮਤੀ ਨਹੀਂ ਸੀ। ਮੈਂ ਘਰੋਂ ਨਿਕਲਾਂਗੀ ਕਿਵੇਂ? ਰਾਤੀ ਸਾਰਿਆਂ ਦੇ ਸੁੱਤਿਆਂ ਦਾ ਲਾ ਲਵੀਂ। ਉਹ ਤੇ ਦਾਰੂ ਵੀ ਪੀਂਦਾ ਏ, ਇਸ ਰਾਤ ਜਿਵੇਂ ਕਿਵੇਂ ਘੁੱਟ ਬਹੁਤਾ ਦੇ ਦਿਆਂਗੀ, ਪਰ ਬਾਹਰਲੇ ਵਿਹੜੇ ਵਿੱਚ ਬੁੱਢੀ ਨਹੀਂ ਕੋਈ ਅਫੀਮ ਸ਼ੀਮ ਖਾਂਦੀ। ਮੈਂ ਤੇ ਨਹੀਂ ਤੱਕਿਆ। ਇੱਕ ਵਾਰ ਜੇ ਕਦੇ ਉੱਥੇ ਅੱਪੜ ਪਵੇਂ ਤਾਂ, ਪਰ ਉੱਥੇ ਮੈਂ ਉਹਨੂੰ ਜਾਣਦੀ ਨਹੀਂ। ਜੇ ਉੱਥੇ ਤੂੰ ਹੋਵੇਂ, ਉਹ ਤੇ ਰਾਤੋਂ ਰਾਤ ਪੈਂਡਾ ਮਾਰ ਲਵੇਗਾ। ਮੈਂ ਹੋਈ ਤੇ ਦੋਵੇਂ ਰਾਹ ਵਿੱਚ ਹੀ ਰਹਿ ਜਾਵਾਂਗੀਆਂ। ਮੈਂ ਕਦੇ ਉਹਨੂੰ ਡਿੱਠਾ ਨਹੀਂ। ਤੂੰ ਮੇਰੇ ਤੇ ਇਤਬਾਰ ਕਰ। ਤੇਰੀ ਤਸੱਲੀ ਵਾਸਤੇ ਆ ਮੇਰੇ ਹੱਥ ਦੀ ਅੰਗੂਠੀ ਉਹਦੇ ਹੱਥ ਵਿੱਚ ਪਾਈ ਹੋਵੇਗੀ, ਵੇਖ ਲਵੀਂ। ਜੇ ਅੱਜ ਰਾਤ ਦਾ ਨਾ ਲੱਗਾ ਤਾਂ ਫਿਰ ਉਸ ਤੋਂ ਅਗਲੀ ਰਾਤ ਉਹ ਪੂਰੀਆਂ 3 ਰਾਤਾਂ ਤੇਰੀ ਉਡੀਕ ਕਰੇਗਾ। ਗਲੀ ਵਿੱਚੋਂ ਖੜਾਕ ਆਉਂਦਾ ਹੈ, ਖੋਰੀ ਕੋਈ ਆ ਗਿਆ। ਪੂਰੋ ਮੰਜੀ ਤੋਂ ਹੇਠਾਂ ਹੋ ਬੈਠੀ। ਮੰਜੀ ਦੀ ਪੁਆਂਦੀ ਵੱਲ ਖੇਸਾਂ ਨੂੰ ਧਰ ਕੇ ਪੂਰੋ ਨੇ ਪੱਲੇ ਨਾਲ ਬੱਧੀ ਹੋਈ ਸਵਾਹ ਦੀ ਪੁੜੀ ਨੂੰ ਤੱਕਿਆ ਕਿ ਜੇ ਬੁੱਢੀ ਆ ਜਾਵੇ, ਉਹਨੂੰ ਉਹ ਤਵੀਤ ਤੇ ਰੱਖ ਦੇ ਸਕੇ। ਪਰ ਬੁੱਢੀ ਅਜੇ ਨਹੀਂ ਸੀ ਆਈ। ਜੇ ਤੂੰ ਉਸ ਤਵੀਤ ਤੇ ਬਹਾਨੇ ਮੈਨੂੰ ਰੋਜ਼ ਕਿਸੇ ਬੌਲੀ ਖੂਹ ਤੇ ਲੈ ਜਾਇਆ ਕਰੇ ਤੇ ਫਿਰ ਇੱਕ ਦਿਨ। ਲਾਜੋ ਨੇ ਆਪਣੀ ਆਵਾਜ਼ ਅੱਗੇ ਨਾਲੋਂ ਵੀ ਹੌਲੀ ਕਰ ਲਈ। ਇਸ ਤਰ੍ਹਾਂ ਮੇਰੇ ਤੇ ਪੂਰਾ ਸ਼ੱਕ ਹੋ ਜਾਏਗਾ। ਮੈਂ ਚਾਹੁੰਦੀ ਆ ਉਹ ਤੈਨੂੰ ਲੈ ਕੇ ਪਿੰਡੋਂ ਨਿਕਲ ਜਾਏ ਤੇ ਮੈਂ ਪਿੱਛੋਂ ਵੀ 2-3 ਦਿਨ ਪਿੰਡ ਵਿੱਚ ਫੇਰਾ ਪਾਉਂਦੀ ਰਵਾਂ। ਕਿਸੇ ਨੂੰ ਮੇਰੇ ਉੱਤੇ ਉਂਗਲੀ ਨਾ ਹੋਵੇ। ਮੈਨੂੰ ਡਰ ਲੱਗਦਾ ਏ, ਜੇ ਕਿਸੇ ਰਾਹ ਵਿੱਚ ਹੀ ਫੜ ਲਿਆ ਫਿਰ ਜੋ ਕਿਸਮਤ ਵਿੱਚ ਲਿਖਿਆ ਹੋਇਆ ਹੈ। ਅੱਗੇ ਕਿਹੜੇ ਕਰਮਾਂ ਦੇ ਸਿੱਧੇ ਪਏ ਹੋਏ ਨੇ। ਪਰ ਮੈਂ ਸਾਰੀ ਉਮਰ ਤੇਰੇ ਤੇ ਭਾਰੂ ਹੋ ਜਾਵਾਂਗੀ। ਇਹ ਗੱਲਾਂ ਫੇਰ ਕਰਾਂਗੀ, ਇਸ ਵੇਲੇ ਵੇਲਾ ਨਹੀਂ। ਮੇਰੀ ਸਲਾਹ ਏ ਮੈਂ ਚਲੀ ਹੀ ਜਾਵਾਂ ਤਾਂ ਚੰਗਾ ਏ। ਬੁੱਢੀ ਮੈਨੂੰ ਅੱਜ ਨਾ ਹੀ ਦੇਖੇ ਤਾਂ। ਹਾਏ, ਮੈਨੂੰ ਵੀ ਲੈ ਚੱਲ। ਲਾਜੋ ਅਣਜਾਣਿਆਂ ਵਾਕਰ ਉੱਠਣ ਲੱਗੀ ਪੂਰੋ ਨੂੰ ਚੰਬੜ ਗਈ। ਪੂਰੋ ਨੇ ਬੂਹੇ ਵੱਲ ਤੱਕਦਿਆਂ ਲਾਜੋ ਨੂੰ ਕੁੱਟ ਕੇ ਜੱਫਾ ਮਾਰਿਆ ਤੇ ਅੱਜ ਰਾਤੀ, ਅੱਧੀ ਰਾਤੀ, ਕੱਲ ਤੇ ਨਾ ਪਾਵੀਂ। ਕਹਿੰਦੀ ਪੂਰੋ ਖੇਸਾਂ ਨੂੰ ਸੰਭਾਲ ਕੇ ਘਰੋਂ ਬਾਹਰ ਹੋ ਗਈ। ਵਾਣ ਦੀ ਮੰਜੀ ਉੱਤੇ ਲਾਜੋ ਨੇ ਦੋਹਾਂ ਪੈਰਾਂ ਨੂੰ ਲਮਿਆਰਿਆ। ਅੱਜ ਲਾਜੋ ਦੇ ਸਾਰੇ ਅੰਗਾਂ ਵਿੱਚ ਇੱਕ ਚਾਮਲ ਆਈ। ਫੇਰ ਲਾਜੋ ਨੂੰ ਜਿਵੇਂ ਸਾਰੀਆਂ ਕੰਧਾਂ ਵਿੱਚੋਂ ਇੱਕ ਆਵਾਜ਼ ਆਈ। ਅੱਜ ਰਾਤੀ, ਅੱਧੀ ਰਾਤੀ, ਲਾਜੋ ਨੇ ਦਲਾਨ ਦੀ ਇੱਕ ਇੱਟ ਨੂੰ ਵੇਖਿਆ। ਇਹੋ ਹੀ ਮੇਰਾ ਘਰ ਸੀ। ਇੱਥੇ ਹੀ ਮੈਂ ਜੰਮੀ ਪਲੀ, ਇੱਥੇ ਹੀ ਮੈਂ ਵੱਡੀ ਹੋਈ। ਇਸੇ ਘਰੋਂ ਮੇਰੀ ਡੋਲੀ ਨਿਕਲੀ, ਇੱਥੇ ਹੀ ਮੈਂ ਮੁੜ ਪੇਕੇ ਆਈ। ਸਾਰੇ ਇਸ ਘਰ ਵਿੱਚੋਂ ਨਿਕਲ ਗਏ, ਪਰ ਮੇਰਾ ਮੁਰਦਾ ਇਸੇ ਘਰ ਵਿੱਚ ਰੁਲਦਾ ਰਿਹਾ। ਮੈਂ ਆਪਣੇ ਘਰ ਵਿੱਚ ਪਰਦੇਸਨ ਬਣ ਗਈ। ਇਸੇ ਘਰ ਨੇ ਮੈਨੂੰ ਜੰਮਿਆ, ਇਸੇ ਘਰ ਨੇ ਮੈਨੂੰ ਖਾ ਲਿਆ। ਲਾਜੋ ਘਰ ਦੀਆਂ ਚੁਗਾਠਾਂ ਨੂੰ ਵੇਖਣ ਲੱਗ ਪਈ। ਇਹਨਾਂ ਚੁਗਾਠਾਂ ਨੂੰ ਵੀ ਸ਼ਰਮ ਨਾ ਆਈ। ਇਹਨਾਂ ਨੇ ਮੈਨੂੰ ਖੁਆਰ ਹੁੰਦਿਆਂ ਤੱਕਿਆ। ਇਹਨਾਂ ਕੰਧਾਂ ਨੂੰ ਵੀ ਲਾਜ ਨਾ ਆਈ। ਇਹਨਾਂ ਨੇ ਮੇਰੀ ਪਾਣ ਪੱਤ ਲਹਿੰਦੀ ਤੱਕੀ। ਪਰ ਅੱਜ ਰਾਤੀ ਸਭੇ ਕੰਧਾਂ ਟੁੱਟ ਜਾਣਗੀਆਂ, ਸਭੇ ਚੁਗਾਠਾਂ ਢਹਿ ਪੈਣਗੀਆਂ। ਮੈਂ ਬੁੱਢੀ ਬਾਹਰਲਾ ਭੀੜਿਆ ਹੋਇਆ ਬੂਹਾ ਲਾ ਕੇ ਵਿਹੜੇ ਵਿੱਚ ਆ ਪਹੁੰਚੀ ਸੀ। ਡਾਢੇ ਵੇਲੇ ਸਿਰ ਗਈ ਏ, ਲਾਜੋ ਨੇ ਮਨ ਹੀ ਮਨ ਵਿੱਚ ਆਖਿਆ। ਅੱਜ ਉਸ ਖੇਸਾਂ ਵਾਲੀ ਨੇ ਆਉਣਾ ਸੀ, ਅਜੇ ਆਈ ਤੇ ਨਹੀਂ। ਬੁੱਢੀ ਨੇ ਆਉਂਦਿਆਂ ਹੀ ਪਹਿਲੀ ਗੱਲ ਪੁੱਛੀ ਤੇ ਹੱਥ ਵਿਚਲਾ ਸਾਗ ਭਾਜੀ ਦਾ ਨਿੱਕ ਸੁੱਕ ਭੋਏ ਤੇ ਰੱਖ ਕੇ ਲਾਜੋ ਵਾਲੀ ਮੰਜੀ ਦੀ ਬਾਹੀ ਉੱਤੇ ਬਹਿ ਗਈ। ਖੇਸਾਂ ਵਾਲੀ ਦਾ ਨਾਂ ਸੁਣ ਕੇ ਲਾਜੋ ਦੇ ਮੂੰਹ ਉੱਤੇ ਇੱਕ ਰੌਣਕ ਜਿਹੀ ਫਿਰ ਗਈ। ਨਾ, ਲਾਜੋ ਨੇ ਸਿਰ ਹਿਲਾ ਕੇ ਆਖਿਆ। ਫਿਰ ਲਾਜੋ ਸੋਚਣ ਲੱਗ ਪਈ, ਪੂਰੋ ਨੂੰ ਪਤਾ ਕਿਵੇਂ ਲੱਗਾ ਮੈਂ ਇੱਥੇ ਰਹਿ ਰਹੀ ਸਾਂ? ਉਹ ਮੈਨੂੰ ਕਿਵੇਂ ਲੱਭਣ ਆਈ? ਉਹ ਕਿਹੜੇ ਪਿੰਡ ਵਿੱਚ ਰਹਿੰਦੀ ਏ? ਮੈਂ ਉਹਨੂੰ ਕੁਝ ਵੀ ਨਾ ਪੁੱਛਿਆ। ਪੁੱਛਣ ਦਾ ਵੇਲਾ ਹੀ ਨਹੀਂ ਸੀ। ਅੱਜ ਰਾਤੀ, ਅੱਧੀ ਰਾਤੀ। ਫਿਰ ਲਾਜੋ ਦੇ ਕੰਨਾਂ ਵਿੱਚੋਂ ਇਹ ਆਵਾਜ਼ ਉੱਠ ਕੇ ਲਾਜੋ ਦੇ ਕੰਨਾਂ ਵਿੱਚ ਪੈਣ ਲੱਗ ਪਈ।
ਮੈਂ ਆਖਿਆ ਫੱਕਾ ਕਮੋਠ ਪਾ ਕੇ ਚੌਲਾਂ ਦੀ ਵਲਟੋਈ ਧਰ ਦੇ, ਮੈਂ ਤੇ ਥੱਕ ਗਈ ਆ। ਕਹਿੰਦੀ ਕਹਿੰਦੀ ਬੁੱਢੀ ਮੰਜੀ ਉੱਤੇ ਨਿਸਲ ਹੋ ਕੇ ਪੈ ਗਈ। ਜਿਵੇਂ ਅਖੀਰੀ ਵਾਰ ਦੇ ਕੰਮ ਨੂੰ ਕੋਈ ਝੱਬਦੇ ਮੁਕਾਂਦਾ ਏ, ਲਾਜੋ ਨੇ ਉੱਠ ਕੇ ਮੋਠ ਚੁਣੇ, ਚੌਲ ਚੁਣੇ ਤੇ ਚੁੱਲ੍ਹੇ ਵਿੱਚ 2-4 ਸਿੱਕੜ ਲਾ ਕੇ ਛੋਟੀ ਕਾੜ੍ਹਨੀ ਧਰ ਦਿੱਤੀ। ਅੱਗੇ ਬਹੁਤੀ ਵਾਰੀ ਬੁੱਢੀ ਹੀ ਆਟਾ ਗੁੰਨਦੀ ਸੀ, ਪਰ ਅੱਜ ਆਪਣੇ ਆਪ ਲਾਜੋ ਨੇ ਆਟਾ ਛਾਣਿਆ ਤੇ ਗੁੱਦਾ। ਅੱਜ ਦੀ ਦਿਹਾੜ ਟੁੱਟੀ ਹੋਈ ਜੁੱਤੀ ਵਾਂਗਣ ਵੱਧਦੀ ਜਾਂਦੀ ਸੀ। ਮਸਾਂ ਕਿਤੇ ਤਰਕਾਲਾਂ ਪਈਆਂ। ਜਦੋਂ ਬੁੱਢੀ ਦਾ ਪੁੱਤਰ ਘਰ ਆਇਆ, ਲਾਜੋ ਨੂੰ ਅੱਜ ਬਹੁਤੀ ਕੈੜ ਨਾ ਚੜੀ। ਅੱਗੇ ਰੋਜ਼ ਜਦੋਂ ਲਾਜੋ ਉਹਨੂੰ ਵੇਂਹਦੀ ਸੀ, ਠੀਕਰੀਆਂ ਜਿਵੇਂ ਲਾਜੋ ਦੇ ਮੱਥੇ ਉੱਤੇ ਭੱਜ ਪੈਂਦੀਆਂ ਸਨ। ਵਲਟੋਈ ਵਿੱਚ ਕੜਛੀ ਫੇਰਨ ਲੱਗਿਆ ਅੱਜ 3 ਵਾਰੀ ਲਾਜੋ ਦੇ ਹੱਥੋਂ ਕੜਛੀ ਛੁਟਕੀ। 2 ਵਾਰ ਲਾਜੋ ਦੇ ਹੱਥੋਂ ਵੇਲਣਾ ਛੁਟਕਿਆ। 1-2 ਵਾਰਾਂ ਤਾਂ ਉਹਦੇ ਹੱਥੋਂ ਕਹਿਣ ਦਾ ਕਟੋਰਾ ਛੁਟਕ ਪਿਆ। ਚੱਜ ਨਾਲ ਕੰਮ ਕਰ। 1-2 ਵਾਰਾਂ ਬੁੱਢੀ ਨੇ ਖਰਵੀ ਜਿਹੀ ਹੋ ਕੇ ਆਖਿਆ। ਅੱਖੀਆਂ ਨਹੀਂ ਕਿ ਬਟਨ ਨਹੀਂ, ਬੁੱਢੀ ਦੇ ਪੁੱਤਰ ਨੇ ਵੀ ਉਹਨੂੰ ਟੋਕਿਆ। ਪਰ ਲਾਜੋ ਨੂੰ ਅੱਜ ਬੁੱਢੀ ਦਾ ਵੀ ਬੋਲ ਨਹੀਂ ਸੀ ਖੌਰਾ ਲੱਗਦਾ ਪਿਆ। ਉਹਦੇ ਪੁੱਤਰ ਦੀ ਗੱਲ ਨੂੰ ਜਿਵੇਂ ਅੱਜ ਉਹ ਸੁਣਦੀ ਹੀ ਨਹੀਂ ਸੀ ਪਈ। ਉਹਨੂੰ ਜਾਪਦਾ ਸੀ ਜਿਵੇਂ ਘਰ ਦਾ ਭਾਂਡਾ ਟੀਂਡਾ ਵੀ ਅੱਜ ਬੁੱਢੀ ਤੇ ਉਹਦੇ ਪੁੱਤਰ ਨੂੰ ਮੂੰਹ ਚਗਾਉਂਦਾ ਪਿਆ ਹੋਵੇ। ਲਾਜੋ ਵਿੱਚ ਅੱਜ ਅੰਤਾਂ ਦੀ ਹਿੰਮਤ ਆ ਗਈ ਸੀ। ਨਾ ਉਹਦਾ ਜੀਅ ਤਹਿੰਦਾ ਸੀ, ਨਾ ਉਹਨੂੰ ਕੋਈ ਸੋਚ ਆਉਂਦੀ ਸੀ। ਬਸ ਇੱਕ ਗਿਣਿਆ ਮਿਥਿਆ ਵੇਲਾ ਜਿਵੇਂ ਨੇੜੇ ਆ ਰਿਹਾ ਸੀ। ਹੁਣੇ ਰਾਤ ਪੈ ਜਾਣੀ ਸੀ, ਹੁਣੇ ਸਾਰਿਆਂ ਨੇ ਸੌਂ ਜਾਣਾ ਸੀ ਤੇ ਲਾਜੋ ਨੂੰ ਲੱਗਦਾ ਸੀ ਉਹਨੇ ਸਾਬਣ ਵਾਲੇ ਗੁੱਟ ਉੱਤੋਂ ਚੂੜੀ ਵਾਕਰ ਤਿਲਕ ਜਾਣਾ ਸੀ। ਅੱਗੇ ਲਾਜੋ ਸੜਦੀ ਕੁੜਦੀ ਉੱਠ ਕੇ ਦਾਰੂ ਦੀ ਬੋਤਲ ਬੁੱਢੀ ਦੇ ਪੁੱਤਰ ਅੱਗੇ ਲਿਆ ਧਰਦੀ ਹੁੰਦੀ ਸੀ। ਅੱਜ ਲਾਜੋ ਨੇ ਆਪੇ ਹੀ ਅੰਦਰੋਂ ਉੱਠ ਕੇ ਬੋਤਲ ਕੱਢ ਲਿਆਂਦੀ, ਜਿਹੜੀ ਬੋਤਲ ਬੁੱਢੀ ਦੇ ਪੁੱਤਰ ਨੇ ਲਾਚੀਆਂ ਪਵਾ ਕੇ 2 ਆਤਿਸ਼ਾਂ ਦੀ ਕਢਵਾਈ ਹੋਈ ਸੀ ਤੇ ਪੁਰਾਣੀ ਤੇ ਤੇਜ਼ ਹੋਣ ਕਰਕੇ ਵੱਖਰੀ ਧਰੀ ਹੋਈ ਸੀ। ਬੁੱਢੀ ਦਾ ਪੁੱਤਰ ਪਿਆ ਸੋਚਦਾ ਸੀ, ਅੱਜ ਲਾਜੋ ਨੇ ਮੋਠਾਂ ਦੀ ਖਿਚੜੀ ਵੀ ਮਲਾਈ ਵਰਗੀ ਬਣਾਈ ਸੀ। ਅੱਜ ਲਾਜੋ ਨੇ ਆਪੇ ਹੀ ਦਾਰੂ ਦੀ ਬੋਤਲ ਕੱਢ ਲਿਆਂਦੀ ਸੀ। ਅੱਜ ਲਾਜੋ ਖੁਸ਼ ਸੀ। ਅੱਜ ਬੁੱਢੀ ਨੂੰ ਝਪਕੀਆਂ ਪਈਆਂ ਆਉਂਦੀਆਂ ਸਨ। ਵਿਹੜੇ ਵਿੱਚ ਠੰਡ ਉੱਤਰ ਪਈ ਏ, ਮੈਂ ਤੇਰੀ ਮੰਜੀ ਅੰਦਰ ਡਾਹ ਦਿੱਤੀ ਏ, ਜਾ ਲੰਮੀ ਪੈ ਰਹੋ, ਲਾਜੋ ਨੇ ਘਰ ਦੀ ਸਵਾਣੀ ਵਾਕਰ ਬੁੱਢੀ ਨੂੰ ਆਖਿਆ। ਇੱਕ ਵਾਰੀ ਤਾਂ ਬੁੱਢੀ ਨੇ ਚੜੀਆਂ ਜਿਹੀਆਂ ਅੱਖਾਂ ਨਾਲ ਲਾਜੋ ਵੱਲ ਵੇਖਿਆ। ਅੱਜ ਤੇ ਜਿਵੇਂ ਦਿਨ ਹੀ ਫਿਰ ਪਏ ਨੇ, ਅਜੇ ਤੇ ਮੈਂ ਇਹਨੂੰ ਤਵੀਤ ਪਵਾਉਣਾ ਸੀ, ਪਹਿਲਾਂ ਹੀ ਅਸਰ ਹੋ ਗਿਆ ਹੈ। ਬੁੱਢੀ ਨੇ ਦਿਲ ਹੀ ਦਿਲ ਵਿੱਚ ਸੋਚਿਆ ਤੇ ਅੰਦਰ ਜਾ ਲੰਮੀ ਪਈ। ਰਾਤ ਦਾ ਹਨੇਰਾ ਪੈਰੋਂ ਪੈਰ ਸੰਘਣਾ ਹੁੰਦਾ ਜਾਂਦਾ ਸੀ। ਬੁੱਢੀ ਦਾ ਪੁੱਤਰ ਦਾਰੂ ਵਿੱਚ ਗੁੱਟ ਹੋ ਕੇ ਲਾਜੋ ਦੀਆਂ ਬਾਹਾਂ ਪਿਆ ਖਿੱਚਦਾ ਸੀ। ਰਾਤ ਦਾ ਪਹਿਲਾ ਪੈਰ ਚਰੋਕਣਾ ਲੰਘ ਗਿਆ ਸੀ। ਬੁੱਢੀ ਦਾ ਪੁੱਤਰ ਦਾਰੂ ਵਿੱਚ ਗੁੱਟ ਹੋ ਕੇ ਮੰਜੀ ਉੱਤੇ ਪੈ ਚੁੱਕਾ ਸੀ। ਘਰ ਦੀਆਂ ਕੰਧਾਂ ਕੜੀਆਂ ਨੇ, ਜਿੱਥੇ ਅੱਗੇ ਇੰਨੇ ਹੇਰ-ਫੇਰ ਵੇਖੇ ਸਨ, ਅੱਧੀ ਕੁ ਰਾਤ ਵੇਲੇ ਇਹ ਵੀ ਵੇਖਿਆ ਕਿ ਲਾਜੋ ਦੱਬੇ ਪੈਰੀਂ ਡਿਉੜੀ ਦਾ ਬੂਹਾ ਲਾਹ ਕੇ ਘਰ ਦੀਆਂ ਮੁਹਾਠਾਂ ਵਿੱਚੋਂ ਬਾਹਰ ਨਿਕਲ ਗਈ। ਗਿਣਵੇਂ ਪੈਰ ਤੁਰ ਕੇ ਲਾਜੋ ਨੂੰ ਇੱਕ ਤਬੱਕਾ ਪੈਂਦਾ ਜੋ ਕੋਈ ਉਹਦੇ ਪਿੱਛੇ ਆਉਂਦਾ ਪਿਆ ਏ। ਕਿਸੇ ਨੇ ਉਹਨੂੰ ਮੋਢਿਆਂ ਤੋਂ ਨੱਪ ਲਿਆ ਏ, ਕਿਸੇ ਨੇ ਉਹਨੂੰ ਸੰਘੀ ਤੋਂ ਫੜ ਲਿਆ ਏ। ਸਿਆਲੇ ਦੀ ਉਤਰੀ ਹੋਈ ਠੰਡ ਵਿੱਚ ਵੀ ਲਾਜੋ ਨੂੰ ਪੁੜਪੁੜੀਆਂ ਉੱਤੇ ਪਸੀਨੇ ਦੀਆਂ ਬੂੰਦਾਂ ਆ ਗਈਆਂ। ਰਾਤ ਭਾਵੇਂ ਹਨੇਰੀ ਸੀ, ਪਰ ਛਿਟਕੇ ਹੋਏ ਤਾਰਿਆਂ ਦਾ ਚਾਨਣ ਵੀ ਲਾਜੋ ਨੂੰ ਤਿੱਖਾ ਪਿਆ ਲੱਗਦਾ ਸੀ। ਲਾਜੋ ਆਪਣੀ ਘਰ ਦੀ ਪੱਕੀ ਕੰਧ ਲੰਘ ਕੇ ਅਗਲੇ ਘਰਾਂ ਦੇ ਰਾਹ ਪੈਣ ਲੱਗਿਆਂ ਠਠੰਬਰ ਗਈ। ਲਾਜੋ ਨੇ ਆਪਣੀ ਗਿੱਚੀ ਮੋੜ ਕੇ ਘਰ ਦੀ ਲੰਮੀ ਦੀਵਾਰ ਵੱਲ ਵੇਖਿਆ। ਸਾਰੀ ਦੀ ਸਾਰੀ ਗਲੀ ਵਿੱਚ ਚੁੱਪ ਚਾਂ ਕੋਰੇ ਵਾਂਗਣ ਜੰਮੀ ਹੋਈ ਸੀ। ਫੇਰ ਵੀ ਲਾਜੋ ਨੇ ਗਲੀ ਦਾ ਸਿੱਧਾ ਰਾਹ ਛੱਡ ਕੇ ਘਰਾਂ ਦੇ ਪਿਛਲੇ ਪਾਸੇ ਵਾਲਾ ਲੰਮਾ ਰਾਹ ਫੜ ਲਿਆ। ਘਰਾਂ ਦੀ ਪਾਲ ਜਦੋਂ ਮੁੱਕ ਗਈ, ਬਾਹਰਲੀ ਖੂਹੀ ਨੂੰ ਪਹੁੰਚਣ ਲੱਗਿਆਂ ਵਿਚਕਾਰ ਇੱਕ ਚੌੜਾ ਮੈਦਾਨ ਪੈਂਦਾ ਸੀ। ਇੱਥੇ ਲਾਜੋ ਦੇ ਨੰਗੇ ਪੈਰਾਂ ਵਿੱਚੋਂ ਇੱਕ ਕੰਬਣੀ ਉੱਠ ਕੇ ਉਹਦੇ ਮੱਥੇ ਦੀਆਂ ਨਾੜਾਂ ਵਿੱਚ ਫੈਲ ਗਈ। ਲਾਜੋ ਨੇ ਪਿਛਾਂਹ ਮੁੜ ਕੇ ਕਬਰਾਂ ਵਾਂਗ ਸੁੱਤੇ ਪਏ ਘਰਾਂ ਨੂੰ ਤੱਕਿਆ। ਅਜੇ ਤੱਕ ਕੋਈ ਪਰਲੋ ਨਹੀਂ ਸੀ ਆਈ। ਅਜੇ ਤੱਕ ਕਬਰਾਂ ਵਿੱਚੋਂ ਕੋਈ ਜਾਗ ਕੇ ਨਹੀਂ ਸੀ ਆਇਆ। ਲਾਜੋ ਨੂੰ ਆਪਣੇ ਸਾਹ ਦੀ ਆਵਾਜ਼ ਵੀ ਸੁਨਿਆਰੇ ਦੀ ਧੌਂਕਣੀ ਵਾਂਗਣ ਲੱਗਦੀ ਪਈ ਸੀ, ਪਰ ਲਾਜੋ ਕੋਲ ਦਲੀਲੀ ਪੈਣ ਜੋਗਾ ਵੇਲਾ ਨਹੀਂ ਸੀ। ਲਾਜੋ ਨੇ ਇੱਕ ਵਾਰ ਤਾਰਿਆਂ ਦੇ ਖੁੰਡੇ ਚਾਨਣ ਵੱਲ ਤੱਕਿਆ ਤੇ ਮੈਦਾਨ ਵਿੱਚ ਪੈ ਗਈ। ਲਾਜੋ ਦੇ ਦਿਲ ਵਿੱਚ ਇੱਕ ਧੁੜਕੂ ਸੀ ਕਿ ਮੈਦਾਨ ਵਿੱਚੋਂ ਲੰਘਦੀ ਨੂੰ ਕੋਈ ਵੀ ਦੂਰੋਂ ਦੀ ਵੇਖ ਸਕਦਾ ਸੀ। ਲਾਜੋ ਦੇ ਗਲ ਵਿੱਚ ਕੱਪੜੇ ਵੀ ਕੁਝ ਚਟਿਆਲੇ ਸਨ। ਉਸਨੂੰ ਸੌਲੇ ਹਨੇਰਿਆਂ ਵਿੱਚ ਆਪਣੇ ਕੱਪੜਿਆਂ ਦੀ ਚਟਿਆਈ ਵੀ ਡਰਾਂਦੀ ਪਈ ਸੀ, ਪਰ ਉਸਨੇ ਸਾਰਾ ਮੈਦਾਨ ਲੰਘ ਲਿਆ ਸੀ। ਉਹਨੇ ਪਿਛਾਂਹ ਭੌਂ ਕੇ ਤੱਕਿਆ। ਪਿੱਛੇ ਸਾਰਾ ਮੈਦਾਨ ਖਾਲੀ ਦਾ ਖਾਲੀ ਸੀ। ਖੂਹੀ ਨੂੰ ਇੱਕ ਨਜ਼ਰ ਫੇਰ ਕੇ ਲਾਜੋ ਨੂੰ ਹੌਲ ਪਿਆ, ਜਾਣੀ ਦਾ ਖੂਹੀ ਉੱਤੇ ਕੋਈ ਵੀ ਨਹੀਂ ਸੀ। ਰਸ਼ੀਦਾ ਕੋਈ ਵੀ ਨਾ ਆਇਆ, ਉਹ ਕਿਤੇ ਜੋਗੀ ਨਾ ਰਹੀ। ਲਾਜੋ ਨੂੰ ਪਿਛਾਂਹ ਮੁੜਨ ਦਾ ਖਿਆਲ ਮੱਥੇ ਦੀ ਸੱਟ ਵਾਕਰ ਲੱਗਦਾ ਸੀ। ਖੂਹ ਦੀ ਭੌਣੀ ਦੁਆਲੇ ਉਹਨੇ ਪੂਰਾ ਚੱਕਰ ਲਾਇਆ। ਉਸਨੇ ਜਿਵੇਂ ਦਿਲ ਵਿੱਚ ਧਾਰ ਲਈ ਕਿ ਜੇ ਹੁਣ ਜੱਗ ਉੱਤੇ ਉਹਦੀ ਕੋਈ ਥਾਂ ਨਹੀਂ ਸੀ ਰਹੀ ਤਾਂ ਅੱਜ ਉਹ ਇਸੇ ਖੂਹ ਵਿੱਚ ਡੁੱਬ ਜਾਏਗੀ। ਚਾਦਰ ਦੀ ਝੁੰਬ ਮਾਰ ਕੇ ਲਾਗਦੀਆਂ ਝਾੜੀਆਂ ਵਿੱਚੋਂ ਇੱਕ ਬੰਦਾ ਨਿਕਲਿਆ। ਭੈਣ ਤੂੰ ਲਾਜੋ ਏ? ਬੰਦੇ ਨੇ ਲਾਜੋ ਕੋਲ ਆ ਕੇ ਵਲੇਟੀ ਹੋਈ ਚਾਦਰ ਵਿੱਚੋਂ ਪੂਰਾ ਮੂੰਹ ਬਾਹਰ ਨੂੰ ਕੱਢਿਆ। ਮੇਰੀ ਨਿਸ਼ਾਨੀ ਵਿਖਾ ਦੇ ਵੀਰਾ। ਲਾਜੋ ਨੇ ਰਸ਼ੀਦੇ ਦੇ ਮੂੰਹ ਵੱਲ ਝਾਤ ਮਾਰੀ। ਰਸ਼ੀਦੇ ਦੇ ਮੂੰਹ ਉੱਤੇ ਓੜਕਾਂ ਦਾ ਤਰਸ ਮੋਹਰ ਵਾਂਗ ਲੱਗਾ ਹੋਇਆ ਸੀ। ਲਾਜੋ ਦਾ ਜੀ ਥਾਵੇਂ ਆਇਆ। ਰਸ਼ੀਦੇ ਨੇ ਹੱਥ ਦਾ ਛੱਲਾ ਲਾਜੋ ਦੇ ਅੱਗੇ ਕਰ ਦਿੱਤਾ। ਤੈਨੂੰ ਅਪੜਾ ਕੇ ਕੱਲ ਜਾਂ ਪਰਸੋਂ ਪੂਰੋਂ ਨੂੰ ਲੈ ਜਾਵਾਂਗਾ, ਜਾਂ ਤੱਕ ਉਹਦੇ ਨਾਲ ਨੇ। ਰਸ਼ੀਦੇ ਨੇ ਖੂਹ ਦੀ ਮੌਣ ਤੋਂ ਉੱਤਰ ਕੇ ਝਾੜੀਆਂ ਤੋਂ ਪਾਰ ਬੱਧੀ ਹੋਈ ਘੋੜੀ ਖੋਲ ਲਿਆਂਦੀ।
ਯਾ ਅੱਲਾਹ, ਰਸ਼ੀਦੇ ਨੇ ਇੱਕ ਵਾਰ ਕਿਹਾ ਅਤੇ ਲਾਜੋ ਨੂੰ ਬਾਂਹ ਦਾ ਆਸਰਾ ਦੇ ਕੇ ਘੋੜੀ ਉੱਤੇ ਬਿਠਾ ਲਿਆ। ਘੋੜੀ ਨੂੰ ਪਹਿਲੀ ਅੱਡੀ ਲਾਂਦਿਆਂ ਹੀ ਰਸ਼ੀਦੇ ਦੇ ਆਪਣੇ ਮਨ ਵਿੱਚ ਉਹ ਵੇਲਾ ਆ ਗਿਆ ਜਦੋਂ ਉਸਨੇ ਪੂਰੋ ਨੂੰ ਛੱਤੋਆਣੀ ਦੇ ਕੱਚੇ ਪਹੇ ਤੋਂ ਧਰੂ ਕੇ ਆਪਣੀ ਘੋੜੀ ਉੱਤੇ ਸੁੱਟ ਲਿਆ ਸੀ। ਰਸ਼ੀਦਾ ਅੱਜ ਹੈਰਾਨ ਸੀ। ਉਹਨੂੰ ਫੇਰ ਇੱਕ ਵਾਰ ਆਪਣੀ ਘੋੜੀ ਭਜਾਣੀ ਪਈ। ਪਿੰਡ ਦੀ ਇੱਕ ਹੋਰ ਮੁਟਿਆਰ ਫੇਰ ਇੱਕ ਵਾਰ ਨਸਾਣੀ ਪਈ। ਜਵਾਨੀ ਦਾ ਉਹ ਉਲੇਲ ਅੱਜ ਰਸ਼ੀਦੇ ਦੀਆਂ ਬਾਹਾਂ ਵਿੱਚ ਨਹੀਂ ਸੀ, ਪਰ ਰਸ਼ੀਦਾ ਸੋਚ ਰਿਹਾ ਸੀ ਪੂਰੋ ਨੂੰ ਨਸਾ ਕੇ ਉਹ ਜਿਉਂ-ਜਿਉਂ ਆਪਣੀ ਘੋੜੀ ਭਜਾਂਦਾ ਜਾਂਦਾ ਸੀ, ਮਣਾ ਮਾਣੀਆਂ ਦਾ ਇੱਕ ਪੱਥਰ ਉਹਦੀ ਰੂਹ ਉੱਤੇ ਪੈਂਦਾ ਜਾਂਦਾ ਸੀ। ਵਰਿਆਂ ਦੇ ਵਰੇ ਉਹਦੀ ਰੂਹ ਉੱਤੇ ਇੱਕ ਭਾਰ ਲੱਦਿਆ ਰਿਹਾ ਸੀ। ਅੱਜ ਜਿਉਂ-ਜਿਉਂ ਰਸ਼ੀਦੇ ਦੀ ਘੋੜੀ ਰੱਤੋਵਾਲ ਦੀਆਂ ਜੂਹਾਂ ਪਿੱਛੇ ਛੱਡਦੀ ਜਾਂਦੀ ਸੀ, ਰਸ਼ੀਦੇ ਨੂੰ ਜਾਪਦਾ ਉਹਦੀ ਰੂਹ ਉੱਤੋਂ ਮਣਾ ਮਾਣੀਆਂ ਦਾ ਉਹ ਪੱਥਰ ਪਰਾਂ ਸਰਕਦਾ ਜਾਂਦਾ ਸੀ। ਰਸ਼ੀਦਾ ਜਿਵੇਂ ਹੌਲੇ ਫੁੱਲ ਖੰਭਾਂ ਨਾਲ ਘੋੜੀ ਨੂੰ ਭਜਾਈ ਜਾਂਦਾ ਸੀ। ਸਵੇਰ ਦੇ ਫੈਲਦੇ ਚਾਨਣ ਨਾਲ ਹੀ ਪਿੰਡ ਵਿੱਚ ਲਾਜੋ ਦੇ ਗੁੰਮ ਹੋ ਜਾਣ ਦੀ ਖਬਰ ਫੈਲ ਗਈ ਸੀ। ਚਾਟੀਆਂ ਵਿੱਚ ਅਜੇ ਮਧਾਣੀਆਂ ਪਈਆਂ ਹੋਈਆਂ ਸਨ ਜਦੋਂ ਹਰ ਇੱਕ ਘਰ ਵਿੱਚ ਲਾਜੋ ਦੀ ਗੱਲ ਹੋਣ ਲੱਗ ਪਈ। ਆਲੇ ਦੁਆਲੇ ਪਿੰਡਾਂ ਵਿੱਚ ਕਿਤੇ ਹਿੰਦੂ ਦੇ ਜਣੇ ਦਾ ਨਾਂ ਨਿਸ਼ਾਨ ਨਹੀਂ ਸੀ ਤੇ ਕਿਸੇ ਮੁਸਲਮਾਨ ਨੇ ਇਹ ਕੰਮ ਕਾਹਦੇ ਵਾਸਤੇ ਕਰਨਾ ਸੀ। ਲੋਕੀ ਹੈਰਾਨ ਪਰੇਸ਼ਾਨ ਸਨ। ਚਾਨਣਾ ਪੈਰੋਂ ਪੈਰ ਉੱਚਾ ਹੋ ਕੇ ਚੜ੍ਹੀ ਹੋਈ ਧੁੱਪ ਬਣ ਗਿਆ ਸੀ। ਗੋਹਿਆਂ ਦੀਆਂ ਭੜੋਲੀਆਂ ਵਿੱਚ ਲੋਕਾਂ ਦੀਆਂ ਦਾਲਾਂ ਰਿੱਝ ਗਈਆਂ ਸਨ। ਤਰੀਮਤਾਂ ਅਜੇ ਤੰਦੂਰ ਪਈਆਂ ਤਾਂਦੀਆਂ ਸਨ, ਜਿਨ੍ਹਾਂ ਵਿੱਚੋਂ ਬਲਦੀ ਮਨਛਿੱਟੀ ਦੀ ਖੁਸ਼ਬੂ ਉੱਡਦੇ ਧੂਏ ਦੀ ਹਵਾੜ ਨਿਕਲ ਕੇ ਸਾਰੇ ਪਿੰਡ ਉੱਤੇ ਲਿੱਪੀ ਹੋਈ ਸੀ। ਜਦੋਂ ਪੂਰੋ ਨੇ ਪਿੰਡ ਦੀ ਦਹਲੀਜ਼ ਉੱਤੇ ਪੈਰ ਰੱਖਿਆ, ਅੱਜ ਲਾਜੋ ਹੋਰਾਂ ਦੇ ਘਰ ਦਾ ਬੂਹਾ ਕਿਸੇ ਜਾਨਵਰ ਦੇ ਟੱਡੇ ਹੋਏ ਮੂੰਹ ਵਾਕਰ ਖੁੱਲ੍ਹਾ ਪਿਆ ਸੀ। ਪੂਰੋ ਨੇ ਜਦੋਂ ਉਸ ਘਰ ਦੇ ਬੂਹੇ ਵਿੱਚ ਪੈਰ ਪਾਇਆ, ਵਿਹੜੇ ਵਿੱਚ ਖਿਲਰੇ ਹੋਏ ਰਾਤ ਦੇ ਜੂਠੇ ਭਾਂਡਿਆਂ ਉੱਤੇ ਮੱਖੀਆਂ ਪਈਆਂ ਭਿਣਕਦੀਆਂ ਸਨ। ਪੂਰੋ ਨੂੰ ਦਿਸ ਪਿਆ ਸਵੇਰ ਦਾ ਕਿਸੇ ਨੇ ਕੁਝ ਖਾਧਾ ਪੱਕਾ ਨਹੀਂ ਸੀ। ਨੀ ਕਿਤੇ ਉਹ ਕਲੈਣੀ ਤੱਕੀਓ। ਬੁੱਢੀ ਦੇ ਮੱਥੇ ਉੱਤੇ ਤਿਉੜੀਆਂ ਦੇ ਇੰਨੇ ਵੱਟ ਪਏ ਹੋਏ ਸਨ ਜਿਵੇਂ ਮਿੱਟੀ ਦੀ ਸਬੂਤੀ ਕੁੰਨੀ ਕਿਸੇ ਨੇ ਉਹਦੇ ਮੱਥੇ ਉੱਤੇ ਭੰਨ ਦਿੱਤੀ ਹੋਵੇ। ਕੌਣ ਅੰਮਾ? ਪੂਰੋ ਨੇ ਸਿਰ ਉਤਲੇ ਖੇਸ ਵਿਹੜੇ ਵਿੱਚ ਧਰਦਿਆਂ ਪੁੱਛਿਆ। ਨੀ ਉਹ ਚੰਦਰੀ, ਅੱਲਾ ਲਵੇ ਉਹਨੂੰ। ਬੁੱਢੀ ਨੇ ਫੇਰ ਆਪਣੀ ਸਾਰੀ ਨਫ਼ਰਤ ਮੱਥੇ ਦੇ ਵੱਟਾਂ ਵਿੱਚ ਭਰ ਕੇ ਆਖਿਆ। ਹਾਏ ਹਾਏ, ਕੌਣ? ਨੂੰ ਕਿੱਥੇ ਈ? ਨੀ ਉਹ ਤੇ ਸੜ ਜਾਣੀ ਉੱਦਲ ਗਈ ਏ। ਹਾਏ ਹਾਏ, ਕਿਹਦੇ ਨਾਲ? ਮੈਂ ਤੇ ਉਹਦੇ ਜੋਗਾ ਤਵੀਤ ਤੇ ਰੱਖ ਲੈ ਕੇ ਆਈ ਆਂ। ਚੁੱਲ੍ਹੇ ਵਿੱਚ ਫੂਕ ਤਵੀਤ ਤੇ ਰੱਖਾਂ। ਉਹਨੂੰ ਤੇ ਖੌਰੇ ਜਿੰਨ ਲੈ ਗਏ ਨੇ ਕਿ ਭੂਤ। ਛੱਡ ਨੀ ਅੰਮਾ, ਪਿੰਡ ਵਿੱਚੋਂ ਕਿਹਨੇ ਚੁੱਕ ਕੇ ਲੈ ਜਾਣਾ ਸੀ? ਬਾਹਰ ਪੈਲੀਆਂ ਸ਼ੈਲੀਆਂ ਵੱਲ ਗਈ ਹੋਣੀ ਏ, ਹੁਣੇ ਆ ਜਾਂਦੀ ਏ। ਵੇਖਾਂ, ਪੈਲੀਆਂ ਵੱਲ ਗਈ ਏ। ਉੱਤੋਂ ਸਿਖਰ ਦੁਪਹਿਰਾਂ ਹੋ ਗਈਆਂ ਨੇ। ਪਰ ਅੰਮਾ, ਉਹ ਕੋਈ ਰੋਟੀ ਦਾ ਟੁੱਕਰ ਤੇ ਨਹੀਂ ਨਾ ਜਿਹਨੂੰ ਕਾਂ ਪੈ ਗਏ ਨੇ। ਇਹੋ ਤੇ ਮੈਂ ਆਨੀ ਆ, ਖੌਰੇ ਕਿਸੇ ਖੂਹ ਵਿੱਚ ਡੁੱਬ ਮੋਈ ਏ, ਖੌਰੇ ਕਿਸੇ ਛੱਪੜ ਵਿੱਚ ਢਹਿ ਪਈ ਏ। ਮੈਂ ਤੇ ਉਹਦਾ ਪਹਿਲੇ ਦਿਨੋਂ ਹੀ ਵਸਾ ਨਹੀਂ ਸਾਂ ਖਾਂਦੀ ਹੁੰਦੀ, ਪਰ ਮੁੰਡਾ ਹੀ ਤੱਤਾ ਉਹਦੇ ਰਾਣੇ ਮਰਦਾ ਸੀ ਤੇ ਆਂਦਾ ਹੁੰਦਾ ਸੀ, ਹੁਣ ਇਹਨੇ ਕਿੱਥੇ ਜਾਣਾ ਵੇ, ਇਹਦਾ ਕੋਈ ਲਾਗੇ ਨਾ ਛਾਗੇ। ਕਿਉਂ ਅੰਮਾ, ਉਹਦੇ ਮਾਂ-ਪਿਓ ਕਿਹੜੇ ਪਿੰਡ ਨੇ? ਨਹੀਂ ਉੱਜੜ ਗਏ ਮਾਂ-ਪਿਓ। ਮੈਂ ਤੇ ਪਹਿਲੇ ਦਿਨੋਂ ਹੀ ਆਂਦੀ ਸਾਂ, ਇੰਜ ਪਰਾਈ ਇਟੀਂ ਘਰ ਨਹੀਂ ਵਸਦੇ, ਪਰ ਉਹਦਾ ਜੋ ਦਿਲ ਆ ਗਿਆ, ਬੁੱਢੀ ਦੀ ਕੌਣ ਸੁਣਦਾ ਸੀ। ਲੈ ਹੁਣ ਤੇਰੇ ਕੋਲੋਂ ਕੀ ਲੁਕਾ ਏ? ਸਾਰਾ ਪਿੰਡ ਜਾਣਦਾ ਏ ਇਹ ਹਿੰਦੂਆਂ ਦੀ ਧੀ ਸੀ। ਜਦੋਂ ਪਿੰਡ ਵਿੱਚੋਂ ਹਿੰਦੂ ਨੱਸਣ ਲੱਗੇ ਤੇ ਮੇਰਾ ਮੁੰਡਾ ਇਹਨੂੰ ਕਿਤੋਂ ਲੈ ਆਇਆ। ਅੱਲਾ ਜਾਣਦਾ ਏ, ਮੈਂ ਤੇ ਪਹਿਲੇ ਦਿਨੋਂ ਹੀ ਆਂਦੀ ਸਾਂ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਐਵੇਂ ਤੂੰ ਅੱਲਾ ਦਿੱਤਿਆ ਪਾਪ ਦੀ ਗੰਢ ਚੁੱਕ ਲਿਆਇਆ ਏ। ਕਿਹੜੇ ਰੋਜ਼ ਇਹ ਪਾਪ ਸਿਰੋਂ ਲਾਵਾਂਗੇ? ਇਹ ਗੱਲ ਸੀ। ਤਾਈਏ ਅੰਮਾ ਉਹ ਪੀਤੀ ਹੋਈ ਲੱਗਦੀ ਸੀ, ਪਰ ਨੱਸ ਕੇ ਜਾਵੇਗੀ ਕਿੱਥੇ? ਉਹਦਾ ਕੋਈ ਨੇੜੇ ਨਾ ਤੇੜੇ, ਕਾਵਾਂ ਤੋਂ ਖੁੱਥੀ ਤੇ ਇੱਲਾਂ ਦੇ ਅੱਗੇ। ਮੇਰੀ ਜਾਚੇ ਤੇ ਉਹ ਕਿਸੇ ਖੂਹ ਖਾਤੇ ਵਿੱਚ ਡਿੱਗ ਢਹਿ ਪਈ ਏ। ਭਾਵੇਂ ਤੇ ਉਹ ਜਾਣ ਕੇ ਮੋਈ ਉਹ ਤੇ ਭਾਵੇਂ ਉਹਦੀ ਆਈ ਹੋਈ ਸੀ। ਹਾਏ ਨੀ ਕਲੰਕ ਤੇ ਮਗਰੋਂ ਲੱਥਾ, ਪਰ ਮੁੰਡਾ ਮੇਰੀਆਂ ਹੱਡੀਆਂ ਪਿਆ ਤੋੜਦਾ ਏ। ਅਖੇ ਤੂੰ ਅੰਨੀ ਸੈਂ, ਤੈਨੂੰ ਪਤਾ ਨਾ ਲੱਗਾ? ਉਹ ਕੋਈ ਚਿੜੀ ਦਾ ਬੋਟ ਤੇ ਨਹੀਂ ਸੀ ਜੋ ਕਿਸੇ ਨੇ ਬੋਝੇ ਵਿੱਚ ਪਾ ਲਈ। ਪਰ ਮਾਂ ਉਹ ਅੱਗੇ ਵੀ ਕਦੇ ਕੱਲੀ ਕਾਰੀ ਬਾਹਰ ਜਾਂਦੀ ਹੁੰਦੀ ਸੀ। ਨਹੀਂ ਕਿੱਥੇ ਜਾਣਾ, ਮੋਇਆਂ ਕੋਲ ਸਾਸੂ। ਪਹਿਲਾਂ ਤੇ ਮੈਂ ਜਦੋਂ ਮੁੰਡੇ ਨੂੰ ਭੱਤਾ ਦੇਣ ਜਾਣਾ ਤੇ ਬਾਹਰੋਂ ਦੀ ਜੰਦਾ ਲਾ ਜਾਣਾ। ਫਿਰ ਮੁੰਡਾ ਵੀ ਆਖੇ ਤੇ ਮੈਂ ਵੀ ਸੋਚਿਆ ਵੀ ਇਸ ਸ਼ੋਧੀ ਨੇ ਜਾਣਾ ਕਿੱਥੇ ਵੇ। ਇੰਜ ਬੰਦੇ ਦਾ ਘਰ ਵਿੱਚ ਜੀ ਨਹੀਂ ਪੈਂਦਾ ਜੇ ਅੱਠੇ ਪੈਰ ਉਹਦੇ ਸਿਰ ਉੱਤੇ ਖਲੋਤੇ ਰਵੋ ਤੇ। ਬਸ ਦੁਪਹਿਰਾਂ ਦਾ ਘੜੀ ਪਾਲੀ ਉਹ ਕੱਲੀ ਰਹਿੰਦੀ ਸੀ। ਕੱਲ ਵੀ ਮੈਂ ਰੋਟੀ ਦੇ ਕੇ ਆਈ ਆ, ਚੰਗੀ ਭਲੀ ਇੱਥੇ ਬੈਠੀ ਹੋਈ ਸੀ। ਵੜਾ ਮੋਠ ਪਾ ਕੇ ਰਾਤੀ ਖਿਚੜੀ ਰਿੰਨੀ ਸੂ, ਬਾਥੂ ਦਾ ਸਾਗ ਤਾਂਬੀਏ ਵਿੱਚ ਸੋੜਿਆ ਸੂ, ਰੋਟੀ ਪਕਾਈ ਸੂ, ਸਾਨੂੰ ਮਾਂ ਪੁੱਤਰਾਂ ਨੂੰ ਖਵਾਈ ਸੂ, ਆਪ ਖਾਦੀ ਸੂ। ਫਿਰ ਮੇਰੀ ਮੰਜੀ ਰਾਤੀ ਅੰਦਰ ਝਾੜ ਆਈ ਸੂ। ਆਖੇ ਅੰਮਾ ਵਿਹੜੇ ਵਿੱਚ ਹੁਣ ਠੰਡ ਹੋ ਪਈ ਏ, ਮੁੰਡੇ ਨੇ ਜ਼ਰਾ ਦਾਰੂ ਦਾ ਘੁੱਟ ਪੀਤਾ ਏ। ਫਿਰ ਮੈਂ ਤੇ ਸੌਂ ਖੱਪ ਗਈ, ਪਤਾ ਨਹੀਂ ਕਿਹੜੀ ਹੋਣੀ ਕਿਹੜੇ ਵੇੜੇ ਵਰਤ ਗਈ ਏ। ਦਿਨੇ ਉੱਠੀ ਆ ਤੇ ਮੈਂ ਆਵਾਜ਼ਾਂ ਦੇਣ ਲੱਗੀ ਆ, ਪਰ ਕੋਈ ਹੋਵੇ ਤੇ ਕੂਵੇ ਸਵੇ। ਮੈਂ ਆਖਿਆ ਕੋਈ ਖੂਹ ਸ਼ੂ ਫਲਾਏ ਜੇ, ਹੋਰ ਉਹ ਕਿਸੇ ਨਾਲ ਜਾਣ ਜੋਗੀ ਤੇ ਨਹੀਂ ਸੀ। ਜਾਣਾ ਵੀ ਕਿਹਦੇ ਨਾਲ ਸਾਸੂ? ਬੁੱਢੀ ਨੇ ਟੱਠੇ ਹੋਏ ਮੱਥੇ ਨੂੰ ਆਪਣੇ ਗੋਡਿਆਂ ਉੱਤੇ ਪਾ ਲਿਆ। ਹੈਰਾਨਗੀ ਦੀ ਗੱਲ ਏ, ਮਾਸ ਦੀ ਕੋਈ ਬੋਟੀ ਤਾਂ ਨਹੀਂ ਸੀ ਨਾ ਜੋ ਕੁੱਤੇ ਬਿੱਲੀ ਨੇ ਮੂੰਹ 'ਚ ਪਾ ਲਈ ਏ। ਪਿੰਡ ਤੇ ਤੁਸਾਂ ਸਾਰਾ ਫੋਲ ਹੀ ਕੱਤਾ ਹੋਵੇਗਾ। ਆਹੋ,
ਸਵੇਰ ਦਾ ਇੱਥੇ ਤੇ ਪਿੰਡ ਦਾ ਜਣਾ ਜਣਾ ਆਇਆ ਏ। ਲੋਕਾਂ ਨੇ ਚੱਪਾ ਚੱਪਾ ਸਾਰੀ ਭੌਂ ਦਾ ਗਾਹ ਛੱਡਿਆ ਏ। ਹੁਣ ਮੇਰਾ ਅੱਲਾ ਦਿੱਤਾ ਤੇ ਪਿੰਡ ਦੇ ਕੁਝ ਜਣੇ ਖੂਹ ਫਲਾਣ ਗਏ ਹੋਏ ਨੇ। ਉਹ ਜਾਣੇ ਮੋਈ ਖੱਪੀ ਹੋਈ ਦੀ ਲੋਥ ਹੀ ਲੱਭ ਜਾਵੇ ਤੇ ਮੁੰਡੇ ਨੂੰ ਹਿਰਖ ਤੇ ਨਾ ਰਵੇ ਵੀ ਕਿੱਥੇ ਗਈ। ਮੁੰਡੇ ਦੀ ਜਾਨ ਸਲਾਮਤੀ ਰਵੇ, ਜ਼ਨਾਨੀਆਂ ਹੋਰ ਬਥੇਰੀਆਂ। ਅਜੇ ਤੱਕ ਪੂਰੋ ਹਰਖ ਸ਼ੋਕ ਦੇ ਸਾਰੇ ਭਾਵਾਂ ਨੂੰ ਆਪਣੇ ਮੂੰਹ ਉੱਤੇ ਉਤਾਰਦੀ ਚੜਾਉਂਦੀ ਆਈ ਸੀ। ਹੁਣ 2-3 ਬੰਦੇ ਬਾਹਰੋਂ ਆ ਗਏ ਸਨ। ਅਸੀਂ ਤੇ ਸਾਰੇ ਖੂਹ ਸ਼ੂ ਫਲਾ ਆਏ ਆ, ਉਹਦੀ ਤੇ ਕਿਤੇ ਹੱਡੀ ਪਸਲੀ ਵੀ ਨਹੀਂ ਲੱਭਦੀ, ਕਹਿ ਕੇ 3 ਬੰਦੇ ਵਿਹੜੇ ਦੀਆਂ ਮੰਜੀਆਂ ਉੱਤੇ ਬਹਿ ਗਏ। ਜਾਣਦਿਆਂ ਦਾ ਸਿਰ ਖਾਏ, ਤੂੰ ਕਾਹਨੂੰ ਆਪਣੀ ਜਾਨ ਨੂੰ ਰੋਗ ਲਾ ਲਿਆ ਏ? ਕੋਈ ਭੂਤ ਪ੍ਰੇਤ ਪੈ ਗਏ ਹੋਣਗੇ ਸੋ। ਬੁੱਢੀ ਨੇ ਅੱਲਾ ਦਿੱਤੇ ਵੱਲ ਮੂੰਹ ਕਰਕੇ ਡਾਢੇ ਹਿਰਖ ਨਾਲ ਆਖਿਆ। ਪੂਰੋ ਨੇ ਜਾਂਚ ਲਿਆ, ਇਹੋ ਅੱਲਾ ਦਿੱਤਾ ਹੋਣਾ ਏ। ਪੂਰੋ ਨੂੰ ਲਾਜੋ ਦਾ ਲੱਥਾ ਹੋਇਆ ਮੂੰਹ ਚੇਤੇ ਆਇਆ ਤੇ ਪੂਰੋ ਨੂੰ ਉਹਦਾ ਮੂੰਹ ਕਿਸੇ ਚਿੜੀ ਦੇ ਉਸ ਪਿੰਜਰ ਵਰਗਾ ਲੱਗਾ ਜਿਹਦੀ ਜਾਨ ਇਸ ਭਿਣਕੇ ਹੋਏ ਇੱਲ ਦੇ ਪਹੁੰਚੇ ਵਿੱਚ ਕਈ ਦਿਨ ਨਪੀੜੀ ਰਹੀ ਹੋਵੇ। ਉਹ ਮੇਰੀ ਚਾਚੇ ਰਾਤੀ ਬਰਾਤੀ ਉੱਠ ਕੇ ਬਾਹਰ ਨੂੰ ਗਈ ਏ ਤੇ ਕੋਈ ਜਾਨਵਰ ਪੈ ਗਿਆ ਏ। ਇੱਕ ਬੰਦੇ ਨੇ ਅੱਲਾ ਦਿੱਤੇ ਵੱਲ ਮੂੰਹ ਕਰਕੇ ਕਿਹਾ। ਇੱਥੇ ਕੋਈ ਗਿੱਦੜ ਛਿੱਦੜ ਭਾਵੇਂ ਫਿਰਦਾ ਹੋਏ, ਹੋਰ ਪਿੰਡ ਦੇ ਕੋਲ ਕਿਹੜਾ ਜਾਨਵਰ ਪੈ ਜਾਣਾ ਸੀ। ਦੂਏ ਨੇ ਕੋਲੋਂ ਕਿਹਾ। ਸਾਡੀ ਵੱਲੋਂ ਚੋਰ ਖੜਨ ਸੂ, ਤੂੰ ਕੋਈ ਗਰਾਈ ਤੇ ਮੂੰਹ ਵਿੱਚ ਪਾ। ਬੁੱਢੀ ਨੇ ਆਪਣੇ ਪੁੱਤ ਨੂੰ ਦਿਲਾਸੇ ਨਾਲ ਕਿਹਾ ਤੇ ਉੱਠ ਕੇ ਰੋਟੀ ਟੁੱਕ ਦਾ ਆਹਰ ਕਰਨ ਲੱਗੀ। ਚੰਗਾ ਅੰਮਾ, ਅੱਲਾ ਤੇਰੀਆਂ ਆਂਦਰਾਂ ਵਿੱਚ ਠੰਡ ਪਾਵੇ, ਮੈਂ ਚੱਲਨੀ ਆ। ਪੂਰੋ ਨੇ ਖੇਸਾਂ ਦੀ ਬੱਧੀ ਵਧਾਈ ਗੰਢ ਸਿਰ ਤੇ ਚਾ ਲਈ। ਮੈਂ ਕਿਹਾ ਤੂੰ ਕੌਣ ਹੈ? ਅੱਲਾ ਦਿੱਤੇ ਨੇ ਪੂਰੋ ਵੱਲ ਇੱਕ ਘੂਰੀ ਜਿਹੀ ਪਾ ਕੇ ਆਖਿਆ। ਅਜੇ ਤੱਕ ਪੂਰੋ ਨੂੰ ਪਿੰਡ ਦੀ ਤਰੀਮਤ ਸਮਝ ਕੇ ਅੱਲਾ ਦਿੱਤੇ ਨੇ ਧਿਆਨ ਨਹੀਂ ਸੀ ਕੀਤਾ, ਪਰ ਖੇਸਾਂ ਦੀ ਗੰਢ ਚੁੱਕਦਿਆਂ ਤੱਕ ਕੇ ਅੱਲਾ ਦਿੱਤੇ ਨੇ ਉਹਨੂੰ ਖਰਵਾ ਜਿਹਾ ਬੋਲਿਆ। ਇਹ ਕੌਣ ਏ? ਖੇਸ ਸ਼ੇਸ਼ ਵੇਚ ਦਈਏ, ਹੋਰ ਕੌਣ ਏ? ਕੋਲੋਂ ਬੁੱਢੀ ਨੇ ਜਵਾਬ ਦਿੱਤਾ। ਮੈਂ ਅੱਗੇ ਤੇ ਨਹੀਂ ਵੇਖਿਆ ਤੈਨੂੰ ਇਸ ਪਿੰਡ ਵਿੱਚ। ਅੱਲਾ ਦਿੱਤੇ ਨੇ ਸ਼ੱਕ ਪਾਉਂਦਿਆਂ ਪੁੱਛਿਆ। ਕਿਤਨੇ ਦਿਨਾਂ ਤੋਂ ਤੇ ਪਈ ਇੱਥੇ ਵੇਚਦੀ ਵੱਟਦੀ ਏ? ਬੁੱਢੀ ਨੇ ਫੇਰ ਇੱਕ ਝਾੜ ਨਾਲ ਆਖਿਆ। ਪਰ ਤੂੰ ਕਿਹੜੇ ਪਿੰਡੋਂ ਆਈ ਏ? ਅੱਲਾ ਦਿੱਤੇ ਨੇ ਪੂਰੋ ਵੱਲ ਮੂੰਹ ਕਰਕੇ ਆਖਿਆ। 2 ਜਾਤਕ ਮੇਰੇ ਕੁੱਛੜ ਨੇ, ਸਾਰਿਆਂ ਪਿੰਡਾਂ ਵਿੱਚ ਭੌਂ ਭੌਂ ਕੇ 4 ਪੈਸੇ ਵੱਟ ਲੈਂਦੀ ਆ। ਪੂਰੋ ਦਾ ਜੀ ਕਰੇ ਉਹ ਖੰਭ ਲਾ ਕੇ ਇੱਥੋਂ ਉੱਡ ਜਾਵੇ। ਕਾਹਨੂੰ ਉਹ ਪਿੱਛੇ ਪਿੰਡ ਵਿੱਚ ਰਹਿ ਪਈ? ਨਾਲੇ ਰਾਤੀ ਹੀ ਤੁਰ ਜਾਂਦੀ ਤੇ ਮੋਇਆ ਨੇ ਉਹਦਾ ਪਤਾ ਕਰਨਾ ਸੀ। ਪਰ ਤੂੰ ਹਿੰਦੂ ਹੈ ਮੁਸਲਮਾਨ? ਅੱਲਾ ਦਿੱਤੇ ਦਾ ਸ਼ੱਕ ਅਜੇ ਵੀ ਨਹੀਂ ਸੀ ਗਿਆ। ਉਹਦੇ ਦੋਵੇਂ ਸਾਥੀ ਮੁਸਕੜੀਆਂ ਲੈਣ ਲੱਗ ਪਏ। ਕੀ ਸਲਾਹ ਈ, ਹੁਣ ਇਹ ਘਰ ਪਾਣੀ ਹੂ? ਅੱਲਾ ਦਿੱਤੇ ਨੂੰ ਨਾਲ ਦੇ ਇੱਕ ਸਾਥੀ ਨੇ ਕੁਤਕਧਾਰੀ ਜਿਹੀ ਕੱਢ ਕੇ ਆਖਿਆ। ਹਾਏ ਵੇ ਭਰਾਵਾ, ਮੈਂ ਹਿੰਦੂ ਕਿਹੜੇ ਪਾਸਿਓਂ ਆਈ? ਤੇ ਪੂਰੋ ਨੇ ਆਪਣੀ ਪਰਾਂ ਪਈ ਹੋਈ ਜੁੱਤੀ ਆਪਣੇ ਪੈਰਾਂ ਵਿੱਚ ਅੜਾ ਲਈ ਤੇ ਗੰਢ ਸੰਭਾਲ ਕੇ ਬਾਹਰ ਜਾਣ ਲੱਗੀ। ਹਿੰਦੂ ਦਾ ਕੋਈ ਨਾਂ ਤੇ ਉਹਦੇ ਮੱਥੇ ਤੇ ਨਹੀਂ ਨਾ ਲਿਖਿਆ ਹੁੰਦਾ। ਅੱਲਾ ਦਿੱਤੇ ਨੇ ਫੇਰ ਭਾਰੀ ਜਿਹੀ ਆਵਾਜ਼ ਨਾਲ ਕਿਹਾ। ਤੇਰਾ ਤੇ ਭਰਾਵਾ ਜਾਨੀ ਨਹੀਂ ਜਾਂਦਾ। ਆਹ ਵੇਖਾਂ, ਮੇਰਾ ਨਾਂ ਹਮੀਦਾ ਏ। ਤੇ ਪੂਰੋ ਨੇ ਦਲੀਜਾਂ ਵਿੱਚ ਖਲੋ ਕੇ ਆਪਣੀ ਖੱਬੀ ਬਾਂਹ ਉੱਤੇ ਲਿਖਿਆ ਹੋਇਆ ਨਾਮਾ ਵਿਖਾ ਦਿੱਤਾ। ਜਾ ਨਹੀਂ ਜਾ, ਇਹਦਾ ਤੇ ਸਿਰ ਫਿਰਿਆ ਹੋਇਆ ਹੈ। ਬੁੱਢੀ ਨੇ ਪਰਿਓਂ ਹੀ ਆਵਾਜ਼ ਕੀਤੀ। ਮੈਨੂੰ ਜੇ ਕੋਈ ਸੂਹ ਲੱਗੀ ਤੇ ਮੈਂ ਆਪ ਆ ਕੇ ਦੱਸਾਂਗੀ ਅੰਮਾ। ਕਹਿੰਦੀ ਪੂਰੋ ਨੇ ਆਪਣੇ ਪੈਰ ਝੱਬਦੇ ਝੱਬਦੇ ਗਲੀ ਵਿੱਚ ਪਾ ਲਏ। ਬੌਲੀ ਵਾਲੀ ਕੋਠੀ ਵਿੱਚ ਪੂਰੋ ਨੇ ਆਪਣੇ ਦੋਵੇਂ ਅਜਾਣੇ ਛੱਡੇ ਹੋਏ ਸਨ। ਜਾਵੇਦ ਹੁਣ ਸਿਆਣਾ ਹੋ ਪਿਆ ਸੀ, ਨਿੱਕੇ ਨੂੰ ਉਹ ਵਲਾਈ ਰੱਖਦਾ ਸੀ। ਪੂਰੋ ਨੇ ਉਹ ਰਾਤ ਘੜੀਆਂ ਗਿਣ ਗਿਣ ਕੇ ਕੱਟੀ। ਦੂਸਰੀ ਭਲਕ ਉਹਦੇ ਰਸ਼ੀਦੇ ਨੇ ਲਾਜੋ ਨੂੰ ਸੱਕੜੇ ਵਾਲੀ ਆਪਣੇ ਘਰ ਛੱਡ ਕੇ ਮੁੜ ਪੂਰੋ ਕੋਲ ਪਰਤ ਆਉਣਾ ਸੀ। ਉਹ ਰਾਤ ਰੱਤੋਵਾਲ ਵਿੱਚ ਪੂਰੋ ਦੀ ਅਖੀਰੀ ਰਾਤ ਸੀ। ਉਹ ਗੀਟੀਆਂ ਗਿਣਦੀ ਦੋਵਾਂ ਜਾਤਕਾਂ ਨੂੰ ਲੈ ਕੇ ਮੰਜੀ ਉੱਤੇ ਪੈ ਗਈ। ਰੱਤੋਵਾਲ ਵਿੱਚੋਂ ਪੂਰੋ ਦੀਆਂ ਅੱਜ ਸਾਰੀਆਂ ਯਾਦਾਂ ਫਰਿਆਦਾਂ ਸਾਂਭੀਆਂ ਗਈਆਂ ਸਨ। ਪੂਰੋ ਨੂੰ ਪਿਛਲੀ ਵਾਰ ਦਾ ਆਪਣਾ ਰੱਤੋਵਾਲ ਆਉਣਾ ਚੇਤੇ ਆਇਆ। ਖੇਤਾਂ ਪੈਲੀਆਂ ਵਿੱਚ ਆਪਣਾ ਭੌਣਾ ਚੇਤੇ ਆਇਆ। ਫਿਰ ਆਪਣੇ ਅਖੀਰਲੇ ਦਿਹਾੜੇ ਰਾਮਚੰਦ ਦੇ ਖੇਤ ਵਿੱਚ ਮਿਲਣਾ ਚੇਤੇ ਆਇਆ। ਪਿਛਲੀ ਵਾਰ ਪੂਰੋ ਨੇ ਰਾਮਚੰਦ ਦੇ ਖੇਤ ਪੈਲੀਆਂ ਤੱਕੇ ਸਨ। ਐਤਕੀ ਪੂਰੋ ਨੇ ਰਾਮਚੰਦ ਦਾ ਉਹ ਘਰ ਵਿਹੜਾ ਵੀ ਤੱਕਿਆ ਜਿਹਦੇ ਤੱਕਣ ਦੀ ਲਾਲਸਾ ਪੂਰੋ ਨੂੰ ਵਰਿਆਂ ਦੇ ਵਰੇ ਲੱਗੀ ਰਹੀ ਸੀ। ਪੂਰੋ ਸੋਚਣ ਲੱਗ ਪਈ, ਇਸੇ ਘਰ ਵਿੱਚ ਉਸਨੇ ਘਰ ਦੀ ਨੂੰਹ ਬਣ ਕੇ ਆਉਣਾ ਸੀ। ਇਸੇ ਘਰ ਵਿੱਚ ਉਸਦੀ ਭੈਣ ਵਿਆਹ ਕੇ ਆਈ। ਇਸ ਘਰ ਵਿੱਚ ਉਹਦਾ ਭਰਾ ਢੁੱਕ ਕੇ ਆਇਆ। ਪਰ ਪੂਰੋ ਨੇ ਇਸ ਘਰ ਦਾ ਮੂੰਹ ਮੱਥਾ ਕਦੋਂ ਤੱਕਿਆ, ਜਦੋਂ ਇਸ ਘਰ ਵਿੱਚ ਘਰ ਵਾਲਿਆਂ ਦਾ ਪਰਛਾਵਾਂ ਵੀ ਬਾਕੀ ਨਾ ਰਿਹਾ। ਇਸ ਘਰ ਦੀਆਂ ਦਾੜਾਂ ਵਿੱਚ ਸਿਰਫ ਉਸਨੇ ਲਾਜੋ ਦਾ ਚਿੱਥਿਆ ਹੋਇਆ ਪਿੰਜਰ ਵੇਖਿਆ। ਸ਼ੁਕਰ ਹੈ ਲਾਜੋ ਦੀ ਇਸ ਵੇਲੇ ਤੱਕ ਬੰਦ ਖਲਾਸ ਹੋ ਗਈ ਸੀ। ਪੂਰੋ ਫੇਰ ਸੋਚਣ ਲੱਗ ਪਈ, ਅੱਜ ਤੇ ਉਹ ਆਪ ਹੀ ਉਸ ਘਰ ਦੇ ਪਿੰਜਰੇ ਵਿੱਚ ਫਸੀ ਹੋਈ ਸੀ। ਹਮੀਦਾ ਦੇ ਇੱਕ ਨਾਵੇਂ ਨੇ ਉਸ ਨੂੰ ਬਚਾ ਲਿਆ। ਪਤਾ ਨਹੀਂ ਕਿਹੜੇ ਵੇਲੇ ਪੂਰੋ ਦੀ ਅੱਖ ਲੱਗੀ ਤੇ ਰਾਤ ਦੀ ਸਿਆਹੀ ਰਹਿ ਰਹਿ ਕੇ ਸਵੇਰ ਬਣ ਗਈ। ਕਰਦੀਆਂ ਗੱਲੋੜੀਆਂ। ਆਉਣ ਜਾਣ ਦਾ ਸਾਲਮ ਯੱਕਾ ਕਰਕੇ ਰਸ਼ੀਦਾ ਰੱਤੋਵਾਲ ਆਇਆ ਤੇ ਪੂਰੋ ਨੂੰ ਲੈ ਕੇ ਸੱਕੜੇ ਵਾਲੀ ਪਰਤ ਗਿਆ। ਲਾਜੋ ਦੀਆਂ ਜਿਵੇਂ ਦੋਵੇਂ ਅੱਖੀਆਂ ਬੰਦ ਬੂਹੇ ਵੱਲ ਹੀ ਲੱਗੀਆਂ ਹੋਈਆਂ ਸਨ। ਪੂਰੋ ਹੋਰਾਂ ਦੇ ਪਹੁੰਚਣ ਦੇ ਪਹਿਲੇ ਖੜਾਕ ਨਾਲ ਹੀ ਲਾਜੋ ਨੇ ਬੰਦ ਬੂਹੇ ਦੀ ਕੁੰਡੀ ਲਾਈ। ਬਾਹਰੋਂ ਦੀ ਵੀ ਇੱਕ ਜਿੰਦਰਾ ਰਸ਼ੀਦੇ ਨੇ ਮਾਰਿਆ ਹੋਇਆ ਸੀ ਜੋ ਪਿੰਡ ਵਾਲਿਆਂ ਨੂੰ ਸ਼ੱਕ ਨਾ ਪਵੇ। ਡਿਉੜੀ ਦਾ ਬੂਹਾ ਅੰਦਰੋਂ ਦੀ ਮਾਰ ਕੇ ਪੂਰੋ, ਲਾਜੋ ਤੇ ਰਸ਼ੀਦਾ ਆਪਣੇ ਪਿਛਲੇ ਅੰਦਰ ਇੱਕ ਵਾਰ ਤਾਂ ਇਉਂ ਬਹਿ ਗਏ ਜਿਵੇਂ ਸ਼ੀਂਹ ਕੋਲੋਂ ਡਰੀ ਹੋਈ ਹਰਨਾਂ ਦੀ ਡਾਰ ਨੂੰ ਜੰਗਲ ਦੀ ਕੋਈ ਨਵੇਕਲੀ ਖੋਹ ਲੱਭ ਗਈ ਹੋਵੇ। ਲਾਜੋ ਤੇ ਪੂਰੋ ਦੋਹਾਂ ਨੂੰ ਲੱਗਾ ਜਿਵੇਂ ਉਹ ਇਕੱਠੀਆਂ ਖੇਡੀਆਂ ਹੋਣ, ਇਕੱਠੀਆਂ ਪਲੀਆਂ ਹੋਣ।
ਦੋਵੇਂ ਇੱਕ ਦੂਜੇ ਦੀ ਹਾਣ ਹੋਣ, ਪਰ ਸਮੇਂ ਦੇ ਫੇਰ ਨਾਲ ਵਰਿਆਂ ਬੱਧੀ ਨਿਖੜ ਗਈਆਂ ਹੋਣ ਤੇ ਫੇਰ ਅੱਜ ਕਿਸੇ ਝੱਖੜ ਦੇ ਪਿੱਛੋਂ, ਕਿਸੇ ਹਨੇਰੀ ਦੇ ਪਿੱਛੋਂ ਦੋਵੇਂ ਜਣੀਆਂ ਆਪੋ ਵਿੱਚ ਮਿਲ ਪਈਆਂ ਹੋਣ। ਵਰਿਆਂ ਦੇ ਵਿਛੋੜੇ ਤੇ ਜੀਵਨ ਦੀਆਂ ਕਹਾਣੀਆਂ ਦੋਹਾਂ ਦੇ ਹੋਠਾਂ ਉੱਤੇ ਜੰਮੀਆਂ ਹੋਈਆਂ ਸਨ। ਦੋਵੇਂ ਦੀਆਂ ਦੋਵੇਂ ਕਹਿਣ ਨੂੰ ਕਾਹਲੀਆਂ ਸਨ, ਦੋਵੇਂ ਦੀਆਂ ਦੋਵੇਂ ਸੁਣਨ ਲਈ ਕਾਹਲੀਆਂ ਸਨ। ਖਾਓ ਪੀਓ ਤੋਂ ਵਿਹਲਿਆਂ ਹੁੰਦਿਆਂ ਚੰਗੀ ਚਿਰਕ ਹੋ ਗਈ ਹੋਈ ਸੀ। ਰਸ਼ੀਦੇ ਨੂੰ ਇਸ ਗੱਲ ਦੀ ਸੂਹ ਸੀ ਭਈ ਦੋਵੇਂ ਕੱਲੀਆਂ ਕਾਰੀਆਂ ਬਹਿ ਕੇ ਦਿਲਾਂ ਦੀਆਂ ਲੈ ਦੇ ਲੈਣ। ਅਸਲ ਵਿੱਚ ਰਸ਼ੀਦਾ ਮੂਲੋਂ ਹੀ ਦਿਲ ਦਾ ਖੋਟਾ ਨਹੀਂ ਸੀ। ਉਹ ਸੋਚਦਾ ਹੁੰਦਾ ਸੀ ਪੂਰੋ ਨਾਲ ਕੋਈ ਉਹਦੇ ਲੈਣੀਆਂ ਦੇਣੀਆਂ ਦੇ ਹਿਸਾਬ ਸਨ, ਨਹੀਂ ਤਾਂ ਉਹ ਏਡਾ ਮਾੜਾ ਨਹੀਂ ਸੀ ਕਿ ਰਾਹ ਜਾਂਦੀ ਕਿਸੇ ਦੀ ਸਾਊ ਧੀ ਭੈਣ ਨੂੰ ਜੋਰੀ ਘਰ ਪਾ ਲੈਂਦਾ। ਪੂਰੋ ਨੂੰ ਆਪਣੀ ਤਰੀਮਤ ਬਣਾ ਲੈਣ ਪਿੱਛੋਂ ਰਸ਼ੀਦੇ ਨੇ ਕਦੇ ਅੱਖ ਪੱਟ ਕੇ ਵੀ ਕਿਸੇ ਦੀ ਧੀ ਭੈਣ ਵੱਲ ਨਹੀਂ ਸੀ ਡਿੱਠਾ। ਦੋਵਾਂ ਬਾਲਾਂ ਨੂੰ ਸਵਾ ਕੇ ਦੋਵੇਂ ਜਣੀਆਂ ਪਿਛਲੇ ਅੰਦਰ ਮੰਜੀ ਢਾਹ ਕੇ ਪੈ ਗਈਆਂ। ਰਸ਼ੀਦਾ ਉਸ ਦਿਹਾੜੇ ਨਾਲ ਦੇ ਸੋਫੇ ਵਿੱਚ ਸੁੱਤਾ। ਰੱਤੋਵਾਲ ਦਾ ਕਾਫਲਾ ਇਸ ਪਿੰਡੋਂ ਲੰਘਿਆ ਸੀ। ਪੂਰੋ ਨੇ ਪਹਿਲੀ ਗੱਲ ਕੀਤੀ, ਤੂੰ ਡਿੱਠਾ ਸੀ? ਲਾਜੋ ਤੇ ਪੂਰੋ ਅਜੇ ਤੱਕ ਰਲ ਨਹੀਂ ਸਨ ਬੈਠੀਆਂ। ਲਾਜੋ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਪੂਰੋ ਨੇ ਉਸ ਨੂੰ ਕਿੰਜ ਲੱਭਿਆ, ਕਿਉਂ ਲੱਭਿਆ। ਮੈਂ ਤੇਰੇ ਭਰਾ ਨੂੰ ਮਿਲੀ ਵੀ ਸਾਂ, ਤਾਈਏ ਤੇ ਮੈਨੂੰ ਤੇਰਾ ਪਤਾ ਲੱਗਾ। ਹੈਂ? ਹਾਂ। ਤੇ ਪੂਰੋ ਨੂੰ ਉਸ ਦਿਨ ਦੇ ਕਾਫਲੇ ਵਾਲਾ ਰਾਮਚੰਦ ਦਾ ਮੂੰਹ ਅੱਖਾਂ ਅੱਗੇ ਆ ਗਿਆ। ਤੂੰ ਉਹਨੂੰ ਕਿੰਜ ਪਛਾਤਾ? ਤੂੰ ਤੇ ਉਹਨੂੰ ਕਦੀ ਡਿੱਠਾ ਵੀ ਨਹੀਂ ਸੀ। ਲਾਜੋ ਦੇ ਦਿਲ ਹੀ ਦਿਲ ਵਿੱਚ ਸਾਰੀਆਂ ਸੋਚਾਂ ਫਿਰੀਆਂ। ਕਿੰਜ ਪੂਰੋ ਉਹਦੇ ਭਰਾ ਨਾਲ ਮੰਗੀ ਹੋਈ ਸੀ, ਕਿੰਜ ਉਹਦੇ ਭਰਾ ਦਾ ਵਿਆਹ ਰਚੀਨ ਵਾਲਾ ਸੀ, ਕਿੰਜ ਫਿਰ ਪੂਰੋ ਗੁੰਮ ਦੀ ਗੁੰਮ ਹੋ ਗਈ, ਕਿੰਜ ਫਿਰ ਪੂਰੋ ਦੀ ਨਿੱਕੀ ਭੈਣ ਉਹਦੇ ਨਾਲ ਵਿਆਹ ਕੱਤੀ। ਮੈਂ ਉਹਨੂੰ ਅੱਗੇ ਵੀ ਇੱਕ ਵਾਰ ਡਿੱਠਾ ਸੀ। ਪੂਰੋ ਨੇ ਰੱਤੋਵਾਲ ਦੇ ਖੇਤਾਂ ਵਾਲੀ ਸਾਰੀ ਗੱਲ ਲਾਜੋ ਨੂੰ ਸੁਣਾਈ। ਪੂਰੋ ਨੇ ਇਹ ਵੀ ਦੱਸਿਆ ਕਿ ਉਦੋਂ ਤੱਕ ਉਹਨੂੰ ਪਤਾ ਨਹੀਂ ਸੀ ਕਿ ਰਾਮਚੰਦ ਹੁਣ ਉਹਦਾ ਭਣਵਈਆ ਬਣ ਚੁੱਕਿਆ ਹੋਇਆ ਏ। ਮੈਨੂੰ ਕਦੇ ਵੀ ਕੋਈ ਸੂਹ ਖਬਰ ਨਹੀਂ ਲੱਗੀ, ਸਿਰਫ ਉਸ ਦਿਹਾੜੇ ਕਾਫਲਾ ਇੱਥੋਂ ਲੰਘਿਆ। ਮੋਇਆ ਹੋਇਆਂ ਨੂੰ ਵੀ ਲੋਕੀ ਚੇਤੇ ਕਰਦੇ ਨੇ, ਉਹਨਾਂ ਦੇ ਨਾਂ ਤੇ ਸਰਾਧ ਖਵਾਉਂਦੇ ਨੇ। ਕਦੇ ਕਦੇ ਮੇਰਾ ਵੀ ਨਾਂ ਕੋਈ ਘਰ ਵਿੱਚ ਲੈਂਦਾ ਹੋਏਗਾ। ਪੂਰੋ ਦਾ ਗੱਜ ਭਰ ਗਿਆ। ਲਾਜੋ ਨੇ ਉਹਨੂੰ ਦੱਸਿਆ ਕਿ ਉਹਦਾ ਪਿਓ ਪਰਾਰ ਦਾ ਮਰ ਗਿਆ ਹੋਇਆ ਸੀ। ਮਾਂ ਉਹਦੀ ਕਈ ਵਾਰੀ ਪੂਰੋ ਦਾ ਨਾਂ ਲੈ ਲੈ ਕੇ ਵੈਣ ਪਾਉਂਦੀ ਹੁੰਦੀ ਸੀ। ਮੇਰੀ ਮਾਂ ਦੇ ਕਰਮ, ਧੀ ਵੀ ਉਹਦੀ ਜਿਉਂਦੀ ਮਰ ਗਈ ਤੇ ਅੱਗੋਂ ਨੂੰਹ ਵੀ, ਪੂਰੋ ਨੇ ਕਿਹਾ ਤੇ ਪੂਰੋ ਤੇ ਲਾਜੋ ਫਿਸ ਪਈਆਂ। ਬੁੱਚੜਖਾਨੇ ਦੀਆਂ ਗਊਆਂ ਵਾਂਗਣ ਦੋਵੇਂ ਜਣੀਆਂ ਮੰਜੇ ਦੀਆਂ ਬਾਹੀਆਂ ਨਾਲ ਲੱਗੀਆਂ ਰਹੀਆਂ। ਤੂੰ ਜਦੋਂ ਉੱਥੇ ਜਾਵੇਂਗੀ, ਮੇਰੀ ਮਾਂ ਨੂੰ ਮਿਲੇਂਗੀ, ਇੱਕ ਵਾਰੀ ਉਹਨੂੰ ਆਖੀ ਮੇਰਾ ਜਿਉਂਦੀ ਦਾ ਮੂੰਹ ਵੇਖੇ। ਪੂਰੋ ਨੇ ਹੋਰ ਵੀ ਫਿਸ ਕੇ ਆਖਿਆ, ਮੈਂ ਉੱਥੇ ਕਿੱਥੇ ਜਾਣਾ ਏ? ਤੂੰ ਆਪਣੇ ਘਰ ਜਾਏਂਗੀ, ਆਪਣੇ ਖਾਵੰਦ ਕੋਲ, ਆਪਣੇ ਭਰਾ ਕੋਲ। ਮੈਂ ਤੇ ਜਿਉਂਦੀ ਮਰ ਗਈ ਆ, ਮੈਨੂੰ ਹੁਣ ਕੌਣ ਕਬੂਲਦਾ ਏ? ਨਹੀਂ ਲਾਜੋ, ਮੈਂ ਜਿਉਂਦੇ ਜੀਏ ਅਨਿਆ ਨਾ ਹੋਣ ਦਿਆਂਗੀ। ਤੂੰ ਆਪਣੇ ਘਰ ਜਾਏਂਗੀ, ਤੇਰਾ ਇਹਦੇ ਵਿੱਚ ਕੀ ਦੋਸ਼ ਏ? ਪਰ ਤੇਰਾ ਕੀ ਦੋਸ਼ ਸੀ? ਤੈਨੂੰ ਅੱਜ ਤੀਕਣ ਨਾ ਘਰਦਿਆਂ ਨੇ ਕਬੂਲਿਆ। ਮੇਰੀ ਗੱਲ ਹੋਰ ਸੀ ਲਾਜੋ। ਕਿਉਂ ਤੇਰੀ ਗੱਲ ਹੋਰ ਸੀ? ਤੂੰ ਕੋਈ ਆਪਣੀ ਮਰਜ਼ੀ ਨਾਲ ਆਈ ਸੈਂ? ਤੂੰ ਵੀ ਤੇ ਬੱਦੀ ਰੁੱਦੀ ਨੇ। ਹਾਂ ਲਾਜੋ, ਪਰ ਉਦੋਂ ਮੈਂ ਇਕੱਲੀ ਸਾਂ। ਮੇਰੇ ਮਾਪਿਆਂ ਦਾ ਜੇਰਾ ਨਾ ਪਿਆ ਕਿ ਉਹ ਲੋਕਾਂ ਦੀਆਂ ਗੱਲਾਂ ਅਖਵਾ ਲੈਣ ਤੇ ਮੇਰੇ ਮਾਪਿਆਂ ਨੇ ਆਪਣੀਆਂ ਆਂਦਰਾਂ ਟੁੱਕ ਛੱਡੀਆਂ। ਹੁਣ ਕਿਸੇ ਇੱਕ ਨੂੰ ਨਹੀਂ, ਸਾਰਿਆਂ ਦੇ ਕਲੇਜੇ ਨੂੰ ਲੱਗੀ ਹੋਈ ਹੈ। ਨਹੀਂ ਪੂਰੋ, ਮੇਰੀ ਕਿਸਮਤ ਚੰਗੀ ਹੁੰਦੀ ਤੇ ਪਹਿਲੋਂ ਹੀ ਮੇਰੇ ਨਾਲ ਇਹ ਜ਼ੁਲਮ ਨਾ ਵਰਤਦਾ। ਮੈਨੂੰ ਪਤਾ ਹੈ ਮੈਨੂੰ ਕਿਸੇ ਨੇ ਨਹੀਂ ਲੈਣ ਆਉਣਾ। ਮੈਂ ਜਵਾਨੀ ਆ, ਤੇਰੇ ਭਰਾ ਦਾ ਜ਼ਰੂਰ ਖਾਤਾ ਆਵੇਗਾ। ਅਸੀਂ ਤੇਰਾ ਪਤਾ ਦੇਵਾਂਗੇ ਤੇ ਉਹ ਜ਼ਰੂਰ ਤੈਨੂੰ ਲੈਣ ਆਉਣਗੇ। ਮੇਰਾ ਵੀਰ ਕਿਹੋ ਜਿਹਾ ਲੱਗਦਾ ਹੈ? ਪੂਰੋ ਇੱਕ ਸਦਰ ਨਾਲ ਪੁੱਛਣ ਲੱਗ ਪਈ। ਲਾਜੋ ਨੂੰ ਆਪਣਾ ਪਤੀ ਚੇਤੇ ਆਇਆ। ਉਹ ਕਿਵੇਂ ਉਸ ਦਾ ਮੂੰਹ ਤੱਕੇਗੀ? ਉਹ ਕਿਵੇਂ ਘਰਦਿਆਂ ਦੇ ਸਾਹਮਣੇ ਹੋਵੇਗੀ? ਲਾਜੋ ਸੋਚਣ ਲੱਗ ਪਈ, ਪਰ ਲਾਜੋ ਦੇ ਦਿਲ ਵਿੱਚ ਜਿਵੇਂ ਯਕੀਨ ਸੀ ਉਹਨੂੰ ਕਿਸੇ ਨੇ ਲੈਣ ਨਹੀਂ ਆਉਣਾ। ਐਵੇਂ ਮਨ ਦੇ ਲੱਡੂ ਨੇ, ਉਹ ਬਹਿ ਕੇ ਜਿੰਨੇ ਮਰਜ਼ੀ ਇਹ ਭੋਰ ਲਵੇ। ਨਹੀਂ ਲਾਜੋ, ਕੋਈ ਨਾ ਕੋਈ ਜ਼ਰੂਰ ਤੈਨੂੰ ਲੈਣ ਆਵੇਗਾ। ਅੱਜ ਕਿਸੇ ਨੂੰ ਕਿਸੇ ਦਾ ਮਿਹਣਾ ਨਹੀਂ। ਸਾਰਾ ਲੋਕ ਪਿਆ ਆਪਣੀਆਂ ਧੀਆਂ ਭੈਣਾਂ ਨੂੰ ਲਿਜਾਂਦਾ ਏ। ਰਸ਼ੀਦਾ ਆਂਦਾ ਏ ਉਧਰੋਂ ਵੀ ਲੱਭ ਲੱਭ ਕੇ ਲੋਕ ਆਪਣੀਆਂ ਤਰੀਮਤਾਂ ਪਏ ਮੋੜ ਲਿਆਉਂਦੇ ਨੇ। ਕਈਆਂ ਦੇ ਘਰ ਤੇ ਜਾਤਕ ਵੀ ਹੋ ਪਏ ਨੇ। ਤੇ ਫੇਰ ਦੋਵੇਂ ਜਣੀਆਂ ਗੁੰਮਸੁੰਮ ਹੋ ਕੇ ਤਰੀਮਤਾਂ ਦੀ ਇਸ ਬੇਬਸੀ ਨੂੰ ਸੋਚਣ ਲੱਗ ਪਈਆਂ। ਲਾਜੋ ਸੋਚਣ ਲੱਗ ਪਈ, ਅੱਜ ਤੱਕ ਉਹਦੇ ਘਰ ਕੋਈ ਬਾਲ ਨਹੀਂ ਸੀ ਹੋਇਆ। ਪਤਾ ਨਹੀਂ ਉਹਨੂੰ ਕੀ ਔਰ ਸੀ। ਅੱਜ ਇਹੋ ਔਰ ਫਲ ਪਈ ਸੀ, ਨਹੀਂ ਤਾਂ ਪਤਾ ਨਹੀਂ ਉਸਦਾ ਵੀ ਕੀ ਹਾਲ ਹੁੰਦਾ। ਜਿੱਥੇ ਉਹ ਇੱਕ ਨੂੰ ਰੋਂਦੇ ਨੇ, ਹੁਣ ਦੋ ਨੂੰ ਰੋ ਛੱਡਣਗੇ। ਮੈਂ ਕਿਤੇ ਨਹੀਂ ਜਾਣਾ ਪੂਰੋ। ਮੈਂ ਕਿਹੜੇ ਮੂੰਹ ਨਾਲ ਜਾਵਾਂਗੀ? ਮੈਂ ਤੇਰੇ ਬਾਲਾਂ ਦੀ ਚਾਕਰੀ ਕਰਕੇ ਰੋਟੀ ਖਾ ਛੱਡਾਂਗੀ। ਇੰਜ ਕਿਉਂ ਆਨੀ ਹੈ ਲਾਜੋ? ਮੇਰੇ ਜ਼ਖਮਾਂ ਉੱਤੇ ਲੂਣ ਨਾ ਲਾ। ਇਹ ਤੇਰਾ ਆਪਣਾ ਘਰ ਏ। ਪਰ ਲਾਜੋ, ਉਹ ਤੈਨੂੰ ਜ਼ਰੂਰ ਲੈ ਜਾਣਗੇ। ਮੈਂ ਸਾਰੀ ਦੁਨੀਆ ਦੇ ਹਾੜੇ ਪਾ ਪਾ ਕੇ ਉਹਨਾਂ ਨੂੰ ਮਨਾ ਲਵਾਂਗੀ। ਲਾਜੋ ਨੇ ਪੂਰੋ ਨੂੰ ਬਾਹਾਂ ਵਿੱਚ ਘੁੱਟ ਲਿਆ। ਤੂੰ ਆਪਣੇ ਘਰ ਕਿਹੋ ਜਿਹੀ ਏ ਪੂਰੋ? ਰਸ਼ੀਦੇ ਦਾ ਪਿੱਛਾ ਸੁਣੀਦਾ ਏ। ਪਹਿਲਾ ਗੁਨਾਹ ਤੇ ਜੋ ਉਸ ਕੀਤਾ ਸੋ ਕੀਤਾ, ਫੇਰ ਉਸ ਮੈਨੂੰ ਕਦੇ ਮਾੜੀ ਚੰਗੀ ਨਹੀਂ ਆਖੀ। ਉਹ ਨਾ ਮੇਰੀ ਵੱਲ ਹੁੰਦਾ ਤੇ ਮੈਂ ਤੈਨੂੰ ਕਿੱਥੋਂ ਲੱਭ ਕੇ ਲਿਆਉਣਾ ਸੀ? ਮੈਨੂੰ ਲਿਆਉਣ ਵਿੱਚ ਉਹਨੇ ਆਪਣੀ ਜਾਨ ਬੜੀ ਜੋਖਮ ਵਿੱਚ ਪਾਈ ਏ। ਜੇ ਕਦੇ ਉਸ ਰਾਕਸ਼ ਨੂੰ ਪਤਾ ਲੱਗ ਜਾਂਦਾ, ਉਹਨੇ ਮੇਰੀਆਂ ਹੱਡੀਆਂ ਵੀ ਫੂਕ ਕੇ ਪਾਣੀ ਪੀਣਾ ਸੀ। ਉਹਨੇ ਫੂਕਣੀਆਂ ਕਿੱਥੇ ਸਨ ਭੈੜੀਏ? ਉਹ ਲੋਕ ਤੇ ਦੱਬਦੇ ਨਹੀਂ। ਹੋਇਆ ਨਾ? ਪਰ ਪੂਰੋ, ਕਿਤੇ ਉਹ ਇਸ ਪਿੰਡ ਦੀ ਸੂਹ ਤੇ ਨਹੀਂ ਲਾ ਲਵੇਗਾ। ਮੇਰਾ ਤੇ ਜੀ ਡਰਦਾ ਏ ਮੈਂ ਤੇ ਤੁਹਾਡਾ ਵਸਦਾ ਘਰ ਵੀ ਨਾ ਬਰਬਾਦ ਕਰਾਂ। ਅਜੇ ਤੱਕ ਤਾਂ ਉਹਨਾਂ ਨੂੰ ਤੇਰੇ ਪਰਛਾਵੇਂ ਦਾ ਵੀ ਨਹੀਂ ਸੀ ਪਤਾ ਲੱਗਾ।
ਤੇ ਪੂਰੋ ਨੇ ਉਹ ਸਾਰੀ ਗੱਲ ਸੁਣਾਈ ਜਿਵੇਂ ਉਹ ਲਾਜੋ ਦੇ ਗੁੰਮ ਹੋ ਜਾਣ ਪਿੱਛੋਂ ਬੁੱਢੀ ਤੇ ਬੁੱਢੀ ਦੇ ਪੁੱਤਰ ਨੂੰ ਮਿਲੀ ਸੀ। ਅੱਗੇ ਇਸੇ ਪਿਛਲੇ ਕੋਠੇ ਵਿੱਚ ਮੈਂ ਕਈ ਦਿਹਾੜੇ ਇੱਕ ਹਿੰਦੂ ਕੁੜੀ ਛੁਪਾਈ ਰੱਖੀ ਸੀ। ਕਿਸੇ ਨੂੰ ਉਹਦੀ ਵਾਹ ਦਾ ਵੀ ਪਤਾ ਨਹੀਂ ਲੱਗਾ। ਫਿਰ ਮੈਂ ਉਸ ਦਿਨ ਉਸ ਨੂੰ ਕਾਫਲੇ ਨਾਲ ਰਲਾ ਆਈ ਸਾਂ। ਤੈਨੂੰ ਵੀ ਇਸ ਅੰਦਰ ਚੋਰੀ ਰੱਖਣਾ ਹੈ ਤਾਂ ਕਿ ਪਿੰਡ ਵਿੱਚੋਂ ਕੋਈ ਮੁਸ਼ਕ ਨਾ ਨਿਕਲ ਜਾਵੇ। ਜਿਸ ਦਿਹਾੜੇ ਖਤ ਪੱਤਰ ਆ ਗਿਆ ਤੈਨੂੰ ਅਛੋਪਲੀ ਜਾ ਕੇ ਲਾਹੌਰ ਛੱਡ ਆਉਣਾ ਹੈ। ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਹੋਣੀ। ਭਲਾ ਜੇ ਉਹਨਾਂ ਦਾ ਖਤ ਨਾ ਆਇਆ? ਮੇਰਾ ਦਿਲ ਸਾਖੀ ਦਿੰਦਾ ਏ ਲਾਜੋ, ਤੇਰਾ ਭਰਾ ਜ਼ਰੂਰ ਖਤ ਪਾਵੇਗਾ। ਹਿਚਕੋਲੇ ਦਿਨਾਂ ਉੱਤੇ ਦਿਨ ਪੈਂਦੇ ਗਏ। ਹਰ ਸਵੇਰ ਮੂੰਹ ਚੁੱਕਦੀ ਰਹੀ, ਹਰ ਸ਼ਾਮ ਸਿਰ ਸੁੱਟਦੀ ਰਹੀ। ਨਾ ਲਾਜੋ ਦੀ ਸੋ ਕੋਈ ਬਾਹਰ ਨਿਕਲੀ, ਨਾ ਲਾਜੋ ਦੇ ਘਰਦਿਆਂ ਦੀ ਕੋਈ ਉਗ ਸੁਗ ਆਪੜੀ। ਉਂਝ ਪੂਰੋ ਤੇ ਲਾਜੋ ਇੱਕ ਦੂਜੀ ਦੀ ਸਾਹੀ ਸਾਹ ਲੈਂਦੀਆਂ ਸਨ। ਰਾਤ ਨੂੰ ਜਦੋਂ ਨੀਂਦਰ ਉਹਨਾਂ ਦੀਆਂ ਅੱਖੀਆਂ ਵਿੱਚ ਘੁਲ ਜਾਂਦੀ, ਦੋਹਾਂ ਦੀਆਂ ਅੱਖੀਆਂ ਵਿੱਚ ਸੁਪਨੇ ਹੀ ਸੁਪਨੇ ਖਿੱਲਰ ਜਾਂਦੇ। ਮੂੰਹ ਹਨੇਰੇ ਉੱਠ ਕੇ ਉਹ ਇੱਕ ਦੂਜੀ ਨਾਲ ਦਲੀਲੇ ਪੈ ਜਾਂਦੀਆਂ। ਸੁਪਨਿਆਂ ਦੇ ਸਗਣ ਅਪਸਗਣ ਸੋਚਦੀਆਂ। ਕਦੇ ਉਹਨਾਂ ਦਾ ਮਨ ਢੇਰੀਆਂ ਢਾ ਦਿੰਦਾ, ਕਦੇ ਉਹਨਾਂ ਦਾ ਮਨ ਥੰਮ ਜਾਂਦਾ। ਕਿਤਨੀ ਵਾਰ ਲਾਜੋ ਬਾਲਾਂ ਵਾਂਗ ਚੁੱਲ੍ਹੇ ਵਿੱਚੋਂ ਕੋਲਾ ਲੈ ਕੇ ਜ਼ਮੀਨ ਉੱਤੇ ਲਕੀਰਾਂ ਵਾਹੁਣ ਬਹਿ ਜਾਂਦੀ। ਕਦੇ ਉਹਨੂੰ ਔਸੀਆਂ ਰਾਹ ਦੇਂਦੀਆਂ, ਕਦੇ ਨਾ ਦੇਂਦੀਆਂ। ਕਿੰਨੀ ਵਾਰ ਲਾਜੋ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਘਰਾਲਾਂ ਵਗ ਪੈਂਦੀਆਂ। ਕਿੰਨੀ ਵਾਰ ਲਾਜੋ ਪੂਰੋ ਦੇ ਪੁੱਤਰਾਂ ਨਾਲ ਖੇਡ ਕੇ ਜੀ ਨੂੰ ਵਰਾ ਲੈਂਦੀ। ਉਂਝ ਲਾਜੋ ਦਾ ਮਨ ਅਕਸਰ ਢਹਿੰਦੀਆਂ ਗੱਲਾਂ ਸੋਚਦਾ ਸੀ। ਉਹਨੂੰ ਆਸ ਨਹੀਂ ਸੀ ਬੱਝਦੀ ਕਦੇ ਕੋਈ ਉਹਦੀ ਖਬਰਸਾਰ ਲਵੇਗਾ। ਪਰ ਪੂਰੋ ਦੇ ਮਨ ਨੂੰ ਪਤਾ ਨਹੀਂ ਕੌਣ ਅੰਦਰੋਂ ਸ਼ਾਦੀ ਦਿੰਦਾ ਸੀ ਕਿ ਕਿਸੇ ਦਿਨ ਅਛੁਪਲੇ ਹੀ ਕੋਈ ਬੋੜ ਪਵੇਗਾ। ਕਿਸੇ ਦਿਨ ਚਾਣਚੱਕ ਕੋਈ ਖਤ ਪੱਤਰ ਆ ਜਾਏਗਾ। ਲਾਜੋ ਦੇ ਦਿਹਾੜੇ ਫਿਰ ਪੈਣਗੇ। ਪੂਰੋ ਆਪਣੀ ਵੱਲੋਂ ਲਾਜੋ ਦੀਆਂ ਪੂਰੀਆਂ ਮਹਿਮਾਨੀਆਂ ਕਰਦੀ ਸੀ। ਸੋਚਦੀ ਸੀ ਉਹ ਥੋੜੇ ਦਿਨਾਂ ਦੀ ਅਮਾਨਤ ਉਹਦੇ ਕੋਲ ਏ, ਫਿਰ ਉਹ ਸ਼ਾਇਦ ਉਹਨੂੰ ਕਦੇ ਨਾ ਮਿਲ ਸਕੇਗੀ, ਕਦੇ ਨਾ ਵੇਖ ਸਕੇਗੀ। ਬਾਕੀ ਸਾਰਿਆਂ ਦੇ ਮੂੰਹ ਵੀ ਉਹਨੂੰ ਉਸ ਵੇਲੇ ਸਿਰਫ ਲਾਜੋ ਦੇ ਮੂੰਹ ਵਿੱਚੋਂ ਹੀ ਦਿਸਦੇ ਸਨ। ਕਦੋਂ ਕਿਸੇ ਨੇ ਉਹਦੇ ਘਰ ਰਹਿਣ ਆਉਣਾ ਸੀ, ਕਦੋਂ ਕਿਸੇ ਨੇ ਉਹਨੂੰ ਮਿਲਣ ਆਉਣਾ ਸੀ। ਉਹਦੇ ਆਪਣੇ ਅੰਗਾਂ ਸਾਕਾਂ ਵਿੱਚੋਂ ਲਾਜੋ ਉਹਦੇ ਘਰ ਪਹਿਲੀ ਤੇ ਅਖੀਰੀ ਮਹਿਮਾਨ ਸੀ। ਦਿਨ ਦੇ ਚਾਨਣ ਵਿੱਚ ਲਾਜੋ ਨੇ ਕਦੇ ਬਰੂਹਾਂ ਨਹੀਂ ਸਨ ਟੱਪੀਆਂ। ਰਾਤ ਦੇ ਹਨੇਰਿਆਂ ਨੇ ਲਾਜੋ ਦਾ ਭੇਤ ਬੜੀ ਵਫਾਦਾਰੀ ਨਾਲ ਸਾਂਭ ਕੇ ਰੱਖਿਆ ਹੋਇਆ ਸੀ। ਪਰ ਪਿੰਡ ਦੇ ਡਾਕੀਏ ਨੇ 3 ਪੈਸਿਆਂ ਦਾ ਇੱਕ ਵੀ ਕਾਰਡ ਲਿਆ ਕੇ ਉਹਨਾਂ ਦੇ ਵਿਹੜੇ ਵਿੱਚ ਨਾ ਸੁੱਟਿਆ। ਦਲੀਲਾਂ ਜਿਵੇਂ ਲਾਜੋ ਤੇ ਪੂਰੋ ਦੇ ਮੂੰਹ ਉੱਤੇ ਖੁਣੀਆਂ ਗਈਆਂ ਸਨ। ਸਿਰਫ ਲਾਜੋ ਦੇ ਜੀ ਨੂੰ ਇੱਕ ਤਰਵਾਸ ਸੀ ਕਿ ਕਦੇ ਪੂਰੋ ਤੇ ਰਸ਼ੀਦੇ ਨੇ ਉਹਦਾ ਜੀ ਨਹੀਂ ਸੀ ਥੋੜਾ ਹੋਣ ਦਿੱਤਾ। ਪਰ ਸਾਰਾ ਦਿਨ ਛੁਪੀ ਹੋਈ ਡੱਕੀ ਹੋਈ ਲਾਜੋ ਸੋਚਦੀ ਸੀ। ਪਹਾੜ ਜਿੱਡੀ ਉਮਰ ਉਹਦੇ ਸਿਰ ਉੱਤੇ ਲਟਕਦੀ ਪਈ ਸੀ। ਕਦੋਂ ਉਹਦੇ ਦਿਨ ਪੂਰੇ ਹੋਣਗੇ? ਪੂਰੋ ਦਾ ਕਿਸੇ ਨਾਲ ਆਉਣਾ ਜਾਣਾ ਵੀ ਬਹੁਤਾ ਨਹੀਂ ਸੀ। ਲਾਜੋ ਪਿਛਲੇ ਅੰਦਰ ਹੀ ਬਹਿੰਦੀ ਸੀ ਜਾਂ ਦੁਪਹਿਰਾਂ ਵੇਲੇ ਬਾਹਰਲਾ ਕੁੰਡਾ ਲਾ ਕੇ ਦੋਵੇਂ ਜਣੀਆਂ ਚਰਖਾ ਛੋ ਬਹਿੰਦੀਆਂ। ਛੋਪਿਆਂ ਦੇ ਛੋਪੇ ਮੁੱਕ ਜਾਂਦੇ, ਦਿਹਾੜਾ ਮੁੱਕ ਜਾਂਦੀਆਂ, ਦਲੀਲਾਂ ਨਾ ਮੁੱਕਦੀਆਂ। ਪਰ ਸਿਆਲਾ ਲੰਘ ਗਿਆ ਸੀ। ਫੱਗਣ ਦਾ ਵੀ ਪਿਛੋਕੜ ਆ ਗਿਆ ਸੀ। ਪਾਣੀਆਂ ਦੇ ਠਾਰ ਭੱਜ ਗਏ ਸਨ। ਇੱਕ ਦਿਹਾੜੇ ਢਲਦੀਆਂ ਦੁਪਹਿਰਾਂ ਨਾਲ ਰਸ਼ੀਦਾ ਜਦੋਂ ਘਰ ਦੀਆਂ ਬਰੂਹਾਂ ਲੰਘਿਆ, ਲਾਜੋ ਤੇ ਪੂਰੋ ਨੂੰ ਵੇਖਦਿਆਂ ਹੀ ਉਹਦੀਆਂ ਅੱਖਾਂ ਵਿੱਚ ਡੱਕ ਪਾਣੀ ਆ ਗਿਆ। ਸਹਿਮੇ ਹੋਏ ਮੂੰਹ ਨਾਲ ਦੋਵੇਂ ਜਣੀਆਂ ਉਹਦੇ ਸੱਜੇ ਖੱਬੇ ਹੋ ਗਈਆਂ। ਕਿੰਨੇ ਮਿੰਟ ਰਸ਼ੀਦੇ ਦੇ ਮੂੰਹੋਂ ਕੁਝ ਨਾ ਨਿਕਲਿਆ। ਲਾਜੋ ਦੇ ਕਲੇਜੇ ਨੂੰ ਜਿਵੇਂ ਕੋਈ ਮੁੱਠ ਭਰ ਕੇ ਕੱਢਦਾ ਪਿਆ ਸੀ। ਉਹਨੂੰ ਇੱਕੋ ਹੀ ਡਰ ਸੀ ਕਿ ਰੱਤੋਵਾਲ ਦੀ ਬੁੱਢੀ ਤੇ ਉਹਦੇ ਪੁੱਤਰ ਨੂੰ ਲਾਜੋ ਦਾ ਥੋ ਲੱਗ ਗਿਆ ਹੋਣਾ ਹੈ। ਉਹ ਉਹਨੂੰ ਜ਼ੋਰੀ ਧਰੀਕ ਕੇ ਲੈ ਜਾਣਗੇ ਤੇ ਪਤਾ ਨਹੀਂ ਪੂਰੋ ਹੋਰਾਂ ਨਾਲ ਵੀ ਕੀ ਬਣੇਗਾ। ਰਸ਼ੀਦਾ ਮੰਜੀ ਦੀ ਬਾਹੀ ਉੱਤੇ ਬਹਿ ਗਿਆ। ਝੱਗੇ ਦੀ ਬਾਹ ਨਾਲ ਦੋਵੇਂ ਅੱਖਾਂ ਪੂੰਝ ਕੇ ਉਹਨੇ ਲਾਜੋ ਦੀ ਪਿੱਠ ਉੱਤੇ ਪਿਆਰ ਦਿੱਤਾ। ਉਹਦੇ ਹੱਥਾਂ ਵਿੱਚ ਉਹੀ ਉਲੇਲ ਸੀ ਜਿਹੜਾ ਇੱਕ ਬਜ਼ੁਰਗ ਪਿਓ ਨੂੰ ਧੀ ਦੇ ਸਹੁਰੇ ਤੋਰਨ ਵੇਲੇ ਹੁੰਦਾ ਹੈ। ਰਸ਼ੀਦੇ ਦਾ ਜੀ ਭਰਿਆ ਹੋਇਆ ਸੀ। ਫਿਰ ਰਸ਼ੀਦੇ ਨੇ ਜੀ ਨੂੰ ਥੰਮ ਕੇ ਆਖਿਆ, ਅੱਜ ਰਾਮਚੰਦ ਆਇਆ ਏ। ਇੱਥੇ? ਲਾਜੋ ਤੇ ਪੂਰੋ ਦੋਹਾਂ ਦੇ ਮੂੰਹ ਵਿੱਚੋਂ ਇਕੱਠੀ ਆਵਾਜ਼ ਨਿਕਲੀ। ਨਾਲ ਕੁਝ ਹਿੰਦੁਸਤਾਨੀ ਪੁਲਿਸ ਦੇ ਸਿਪਾਹੀ ਨੇ ਤੇ ਕੁਝ ਪਾਕਿਸਤਾਨ ਦੇ। ਲੋਕੀ ਇਸੇ ਤਰ੍ਹਾਂ ਪਿੰਡਾਂ ਸ਼ਹਿਰਾਂ ਵਿੱਚ ਗੁਆਚੀਆਂ ਹੋਈਆਂ ਕੁੜੀਆਂ ਨੂੰ ਲੱਭਦੇ ਨੇ। ਮੈਨੂੰ ਕੱਲਿਆਂ ਵੀ ਰਾਮਚੰਦ ਮਿਲਿਆ ਏ, ਰਸ਼ੀਦਾ ਕਹਿ ਰਿਹਾ ਸੀ। ਸੱਚੀ ਮੁੱਚੀ ਮੈਨੂੰ ਲੈਣ ਆਏ ਨੇ? ਲਾਜੋ ਨੇ ਅੱਬੜਵਾਏ ਆਖਿਆ ਤੇ ਆਖ ਕੇ ਫਿਰ ਆਪੇ ਕੱਚੀ ਜਿਹੀ ਪੈ ਗਈ। ਉਹਨੂੰ ਜਾਪਿਆ ਕਿ ਉਹਦਾ ਸਵਾਲ ਬੇਥਵਾ ਸੀ। ਚੱਲੀ ਜਿਹੀ ਤੇ ਹੋਰ ਕੀ ਕਰਨ ਆਏ ਨੇ? ਰਸ਼ੀਦੇ ਨੇ ਕਿਹਾ। ਪੂਰੋ ਦੇ ਅੰਦਰੋਂ ਕੋਈ ਸ਼ਾਦੀ ਦਿੰਦਾ ਸੀ ਰਾਮਚੰਦ ਜ਼ਰੂਰ ਆਵੇਗਾ। ਉਹਨੂੰ ਅੰਦਰੋਂ ਅੰਦਰ ਇੱਕ ਭਰਵੀਂ ਖੁਸ਼ੀ ਹੋ ਰਹੀ ਸੀ ਕਿ ਉਹਦਾ ਯਕੀਨ ਸੱਚਾ ਸੀ। ਉਹਨੂੰ ਪਤਾ ਸੀ ਰਾਮਚੰਦ ਆਵੇਗਾ। ਉਹਨੂੰ ਪਤਾ ਸੀ ਉਹਦੀ ਘਾਲ ਥਾਂ ਪਏਗੀ। ਲਾਜੋ ਤੇ ਐਵੇਂ ਦਿਲ ਛੱਡ ਬਹਿੰਦੀ ਸੀ। ਜਿਨ੍ਹਾਂ ਦਿਨਾਂ ਵਿੱਚ ਰਸ਼ੀਦਾ ਵੀ ਮਨ ਢਾ ਲੈਂਦਾ ਸੀ ਪੂਰੋ ਦੇ ਅੰਦਰੋਂ ਕੋਈ ਸ਼ਾਦੀ ਦਿੰਦਾ ਸੀ ਰਾਮਚੰਦ ਜ਼ਰੂਰ ਆਵੇਗਾ। ਸੋ ਅੱਜ ਉਹ ਦਿਨ ਆ ਗਿਆ ਸੀ। ਰਾਮਚੰਦ ਸੱਚਮੁੱਚ ਹੀ ਆ ਗਿਆ ਸੀ। ਕੱਲਾ ਏ? ਲਾਜੋ ਨੇ ਪੁੱਛਿਆ। ਰਸ਼ੀਦਾ ਸਮਝ ਗਿਆ ਕਿ ਲਾਜੋ ਦੀ ਪੁੱਛ ਦਾ ਕੀ ਮਤਲਬ ਹੈ। ਹਾਂ, ਅਜੇ ਤੇ ਕੱਲਾ ਆਇਆ ਏ, ਪਰ ਤੂੰ ਚਿੰਤਾ ਨਾ ਕਰ ਲਾਜੋ, ਤੇਰੇ ਸਾਰੇ ਘਰ ਦੇ ਤੈਨੂੰ ਜੀ ਸਦਕੇ ਕਹਿ ਕੇ ਲੈ ਲੈਣਗੇ। ਲਾਜੋ ਨੇ ਜੀ ਕੁਝ ਥਾਵੇਂ ਪਾ ਲਿਆ। ਤੇਰਾ ਨਾਂ ਸੁਣ ਕੇ, ਤੇਰੀ ਖਬਰ ਸੁਣ ਕੇ ਰਾਮਚੰਦ ਦਾ ਰੋਣ ਨਹੀਂ ਸੀ ਥੰਮਦਾ। ਉਹਨੂੰ ਵੇਖ ਕੇ ਮੇਰਾ ਜੀ ਭਰ ਆਉਂਦਾ ਰਿਹਾ। ਰਸ਼ੀਦੇ ਦੀਆਂ ਫੇਰ ਅੱਖਾਂ ਭਰ ਆਈਆਂ। ਲਾਜੋ ਤੇ ਪੂਰੋ ਦਾ ਰੋਣ ਨਿਕਲ ਗਿਆ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਬੁਝਾ ਦਿੱਤਾ ਏ। ਅੱਜ ਇੱਥੇ ਇਸ ਤਰ੍ਹਾਂ ਤੈਨੂੰ ਦੇ ਦੇਣ ਨਾਲ ਸਾਰੇ ਪਿੰਡ ਵਿੱਚ ਖਬਰ ਹੋ ਜਾਣੀ ਸੀ। ਪਤਾ ਨਹੀਂ ਰੱਤੋਵਾਲ ਤੱਕ ਵੀ ਗੱਲ ਅੱਪੜ ਜਾਂਦੀ। ਮੈਂ ਉਹਨਾਂ ਨੂੰ ਕਿਹਾ ਏ ਤੁਸੀਂ ਵਾਪਸ ਲਾਹੌਰ ਚੱਲੋ। ਮੈਂ ਕੁੜੀ ਨੂੰ ਲੈ ਕੇ ਲਾਹੌਰ ਅੱਪੜ ਜਾਣਾ ਵਾਂ। ਉੱਥੇ ਤੁਹਾਡੇ ਹਵਾਲੇ ਕਰ ਦਿਆਂਗਾ। ਇਹ ਚੰਗਾ ਕੀਤਾ ਈ।
ਪੂਰੋ ਨੇ ਜਵਾਬ ਦਿੱਤਾ। ਅਸੀਂ ਉੱਥੇ ਅੱਜ ਤੋਂ 5ਵੇਂ ਦਿਹਾੜੇ ਅੱਪੜਾਂਗੇ। ਉਦੋਂ ਤੱਕ ਉਹ ਪੂਰੋ ਦੇ ਭਰਾ ਨੂੰ ਵੀ ਅੰਮ੍ਰਿਤਸਰੋਂ ਬੁਲਾ ਲੈਣਗੇ। ਮੈਂ ਸੋਚਿਆ ਸੀ ਇੱਕ ਵਾਰ ਪੂਰੋ ਵੀ ਆਪਣੇ ਭਰਾ ਨੂੰ ਮਿਲ ਲਵੇਗੀ। ਰਸ਼ੀਦਾ ਲਾਜੋ ਦੀ ਪਿੱਠ ਉੱਤੇ ਪਿਆਰ ਦੇ ਕੇ ਲਾਜੋ ਨੂੰ ਪਿਆ ਕਹਿੰਦਾ ਸੀ। ਪੂਰੋ ਦਾ ਡੱਕਿਆ ਹੋਇਆ ਰੋਣ ਨਿਕਲ ਗਿਆ। ਲਾਜੋ ਨੇ ਪੂਰੋ ਦੀ ਝੋਲੀ ਵਿੱਚ ਸਿਰ ਰੱਖ ਕੇ ਪੂਰੋ ਨੂੰ ਆਪਣੇ ਨਾਲ ਘੁੱਟ ਲਿਆ। ਦੋਵੇਂ ਜਣੀਆਂ ਇੱਕ ਦੂਜੀ ਵਿੱਚ ਪੰਘਰਦੀਆਂ ਪਈਆਂ ਸਨ। ਦੋਹਾਂ ਦੇ ਦੁੱਖ ਸਾਂਝੇ ਹੋ ਗਏ ਸਨ। ਦੋਹਾਂ ਦੇ ਅਥਰੂ ਇੱਕ ਦੂਸਰੀ ਦੇ ਅਥਰੂਆਂ ਵਿੱਚ ਘੁਲ ਗਏ ਸਨ। ਲਾਹੌਰ ਪਹੁੰਚਣ ਦਾ ਰਾਹ ਮਸਾਂ 1.5 ਕੁ ਦਿਹਾੜੀ ਦਾ ਸੀ। ਅਜੇ ਇੱਥੋਂ ਤੁਰਨ ਵਿੱਚ ਪੂਰੀਆਂ 3 ਦਿਹਾੜੀਆਂ ਰਹਿੰਦੀਆਂ ਸਨ। ਅਗਲੇ ਦਿਨ ਪੂਰੋ ਨੇ ਵੇਸਣ ਅਣਵਾਇਆ, ਮੈਂ ਦਾ ਜੋੜਿਆ ਹੋਇਆ ਮੱਖਣ ਕੱਢਿਆ, ਗਿਰੀਆਂ ਤੇ ਮੇਵੇ ਪਾ ਪਾ ਕੇ ਸਾਰਾ ਦਿਨ ਪੂਰੋ ਪਿੰਨੀਆਂ ਬਣਾਉਂਦੀ ਰਹੀ। ਜਿਵੇਂ ਧੀਆਂ ਨੂੰ ਸਹੁਰੇ ਤੋਰੀਦਾ ਏ, ਪੂਰੋ ਨੇ ਇੱਕ ਸੁੱਚਾ ਤੇਵਰ ਕੱਢਿਆ। ਲਾਜੋ ਨੂੰ ਗਲ ਨਾਲ ਲਾਂਦੀ ਰਹੀ, ਲਾਜੋ ਨੂੰ ਮਿਲ ਮਿਲ ਰੋਂਦੀ ਰਹੀ। ਉਸ ਤੋਂ 3 ਦਿਹਾੜੇ ਦੋਹਾਂ ਬਾਲਾਂ ਨੂੰ ਨਾਲ ਲੈ ਕੇ ਪੂਰੋ, ਲਾਜੋ ਤੇ ਰਸ਼ੀਦਾ ਮੂੰਹ ਹਨੇਰੇ ਪਿੰਡੋਂ ਨਿਕਲ ਕੇ ਗੱਡੀ ਜਾ ਚੜੇ। ਪਿਛਲੀਆਂ 4 ਦਿਹਾੜੀਆਂ ਤੋਂ ਸਾਰਾ ਦਿਨ ਪੂਰੋ ਨੂੰ ਵਲੇਲਾਂ ਉੱਠਦੀਆਂ ਰਹੀਆਂ ਸਨ। ਸਾਰੀ ਰਾਤ ਪੂਰੋ ਨੂੰ ਦਲੀਲਾਂ ਆਉਂਦੀਆਂ ਰਹੀਆਂ ਸਨ। ਪੂਰੋ ਮਨ ਹੀ ਮਨ ਵਿੱਚ ਕੁਝ ਘੜਦੀ ਰਹੀ ਸੀ। ਮੈਂ ਲਾਜੋ ਨੂੰ ਆਖਾਂਗੀ, ਮੇਰੀ ਮਾਂ ਨੂੰ ਜਾ ਕੇ ਇਹ ਆਖੀ, ਮੇਰੀ ਮਾਂ ਨੂੰ ਜਾ ਕੇ ਇਹ ਦੱਸੀ, ਤੋੜੇ ਇੱਕ ਵਾਰੀ ਤੇ ਮੇਰੀ ਜਿਉਂਦੀ ਦਾ ਮੂੰਹ ਵੇਖੇ। ਸੋਚਦੀ ਪੂਰੋ ਦਾ ਗੱਚ ਡੁੱਲ ਪੈਂਦਾ। ਸੋਚਦੀ ਪੂਰੋ ਨੂੰ ਕਹਿਣ ਵਾਸਤੇ ਬੜਾ ਕੁਝ ਆਉਣਦਾ। ਸੋਚਦੀ ਪੂਰੋ ਦੇ ਮੂੰਹ ਮਾਸਾ ਗੱਲ ਵੀ ਨਾ ਨਿਕਲਦੀ। ਲਾਜੋ ਨੂੰ ਆਪਣੇ ਭਰਾ ਦਾ ਤੇ ਆਪਣੇ ਖਾਵਨ ਦਾ ਮੂੰਹ ਵੇਖਣਾ ਏਡਾ ਹੀ ਅਸਚਰਜ ਲੱਗਦਾ ਸੀ ਜਿਵੇਂ ਕੋਈ ਮਰ ਕੇ ਅਗਲੀ ਦੁਨੀਆ ਵਿੱਚ ਗੁਆਚੇ ਹੋਏ ਮੂੰਹਾਂ ਨੂੰ ਵੇਖਣ ਦੀ ਆਸ ਕਰੇ। ਭਾਵੇਂ ਲਾਜੋ ਨੂੰ ਆਪਣੇ ਘਰਦਿਆਂ ਤੋਂ ਨਿਕਲਿਆ 5-6 ਮਹੀਨੇ ਹੀ ਹੋਏ ਸਨ, ਲਾਜੋ ਨੂੰ ਸਗਵਾਂ ਇੰਜ ਹੀ ਲੱਗਦਾ ਸੀ ਉਹ ਇੱਕ ਵਾਰ ਮਰ ਮੁੱਕ ਕੇ ਫਿਰ ਇਸ ਦੁਨੀਆ ਉੱਤੇ ਜੰਮ ਪਈ ਹੈ। ਗੱਡੀ ਦਾ ਸਾਰਾ ਰਾਹ ਦੋਹਾਂ ਦਾ ਮਨ ਹਿਚਕੋਲੇ ਖਾਂਦਾ ਰਿਹਾ। ਇੱਕ ਘੜੀ ਪੁਲਿਸ ਦੇ ਪਹਿਰੇ ਵਿੱਚ ਜਦੋਂ ਉਹ ਮਿਲੇ, ਲਾਜੋ ਦੀਆਂ ਪਲਕਾਂ ਚੁੱਕੀਵਿਆਂ ਨਹੀਂ ਸਨ ਚੁੱਕੀਂਦੀਆਂ। ਪੂਰੋ ਨੇ ਆਪਣੇ ਭਰਾ ਦਾ ਮੂੰਹ ਤੱਕਿਆ। ਮੇਲ ਦੀ ਇਸ ਇੱਕ ਘੜੀ ਦੇ ਉਰਾਰਲੇ ਬੰਨੇ ਅੰਤਾਂ ਦਾ ਵਿਛੋੜਾ ਰਿਹਾ ਸੀ। ਮੇਲ ਦੀ ਇਸ ਇੱਕ ਘੜੀ ਦੇ ਪਾਰਲੇ ਬੰਨੇ ਕਹਿਰਾਂ ਦਾ ਵਿਛੋੜਾ ਨਜ਼ਰ ਆ ਰਿਹਾ ਸੀ। ਕਿਸੇ ਦੇ ਵੀ ਅਥਰੂ ਥੰਮਣ ਯੋਗ ਨਹੀਂ ਸਨ। ਮਰਦ ਮਾਣੂਆਂ ਦਾ ਵੀ ਜੇਰਾ ਟੁੱਟ ਗਿਆ ਸੀ। ਹੋਣੀ ਦੇ ਇਸ ਟੁੱਟੇ ਪਏ ਪਹਾੜ ਅੱਗੇ ਕਿਸੇ ਕੋਲ ਕੁਝ ਪੁੱਛਣ ਦੱਸਣ ਜੋਗਾ ਨਹੀਂ ਸੀ ਰਿਹਾ। ਰੋ ਕੇ ਉਹਨਾਂ ਦੇ ਹੱਥ ਭਿੱਜ ਗਏ, ਰੋ ਕੇ ਉਹਨਾਂ ਦੇ ਲੀੜੇ ਭਿੱਜ ਗਏ। ਹਾੜਾ ਜੇ ਕਦੇ ਭੁੱਲ ਕੇ ਲਾਜੋ ਦਾ ਨਿਰਾਦਰ ਨਾ ਕਰਿਓ, ਪਹਿਲਾਂ ਪਹਿਲ ਪੂਰੋ ਬੋਲੀ। ਲਾਜੋ ਦੇ ਖਾਵਨ ਦਾ ਮੂੰਹ ਨੀਵਾਂ ਸੀ, ਲਾਜੋ ਦੇ ਭਰਾ ਦਾ ਮੂੰਹ ਨੀਵਾਂ ਸੀ। ਪੂਰੋ ਸਾਨੂੰ ਸ਼ਰਮਿੰਦਿਆ ਨਾ ਕਰ, ਅਖੀਰ ਲਾਜੋ ਦੇ ਭਰਾ ਨੇ ਆਖਿਆ। ਲਾਜੋ ਦਾ ਖਾਵੰਦ ਨਾ ਕੁਝ ਬੋਲ ਸਕਿਆ, ਨਾ ਖੌਰੇ ਕੁਝ ਸੁਣ ਸਕਿਆ। ਅੱਜ ਉਸਨੇ ਨਿਰੀ ਆਪਣੀ ਗੁਆਚੀ ਹੋਈ ਤਰੀਮਤ ਨਹੀਂ ਸੀ ਤੱਕੀ, ਅੱਜ ਉਸਨੇ ਆਪਣੀ ਹੋਸ਼ ਤੋਂ ਵੀ ਪਹਿਲਾਂ ਦੀ ਗੁਆਚੀ ਹੋਈ ਆਪਣੀ ਭੈਣ ਤੱਕੀ ਸੀ। ਵਰਿਆਂ ਦੇ ਵਰੇ ਉਹਦੇ ਅੰਦਰ ਇੱਕ ਅੱਗ ਸੁਲਗਦੀ ਰਹੀ ਸੀ। ਉਸੇ ਅੱਗ ਦੀ ਇੱਕ ਚੰਗਿਆੜੀ ਉਹਨੇ ਰਸ਼ੀਦੇ ਹੋਰਾਂ ਦੇ ਖੇਤ ਨੂੰ ਲਾਈ ਸੀ, ਜਿਸ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ। ਵਰਿਆਂ ਦੇ ਵਰੇ ਉਹ ਉਸ ਸ਼ਹਿਜ਼ਾਦੀ ਦੀ ਕਹਾਣੀ ਨੂੰ ਸੋਚਦਾ ਰਿਹਾ ਸੀ ਜਿਸ ਨੂੰ ਇੱਕ ਦੈਂਤ ਚੁਰਾ ਕੇ ਲੈ ਗਿਆ ਸੀ ਤੇ ਫਿਰ ਪੂਰਬ ਦੇਸ਼ ਦਾ ਇੱਕ ਰਾਜਕੁਮਾਰ ਆਪਣੇ ਜਾਦੂ ਵਾਲੇ ਤੀਰਾਂ ਦੇ ਬਲ ਨਾਲ ਛੁਡਾ ਕੇ ਲਿਆਇਆ ਸੀ। ਛੋਟਾ ਹੁੰਦਾ ਉਹ ਕਈ ਵਾਰ ਸਾਧੂਆਂ ਸੰਤਾਂ ਕੋਲੋਂ ਜਾਦੂ ਵਾਲੇ ਤੀਰ ਮੰਗਦਾ ਰਿਹਾ ਸੀ। ਵੱਡਾ ਹੋ ਕੇ ਉਹ ਪੂਰੋ ਨੂੰ ਸੋਚ ਕੇ ਕਚੀਚੀਆਂ ਖਾਂਦਾ ਰਿਹਾ ਸੀ। ਅੱਜ ਵਰਿਆਂ ਦੀ ਗੁਆਚੀ ਹੋਈ ਪੂਰੋ ਉਹਦੀਆਂ ਅੱਖਾਂ ਅੱਗੇ ਬੈਠੀ ਹੋਈ ਸੀ। ਐਸ ਘੜੀ ਉਹ ਭੁੱਲ ਗਿਆ ਹੋਇਆ ਸੀ ਕਿ ਰਸ਼ੀਦੇ ਨੇ ਉਹਦੀ ਤਰੀਮਤ ਨੂੰ ਬਚਾਇਆ ਹੈ। ਐਸ ਘੜੀ ਉਹਨੂੰ ਸਿਰਫ ਇਹੀ ਯਾਦ ਸੀ ਕਿ ਰਸ਼ੀਦੇ ਨੇ ਉਹਦੀ ਭੈਣ ਨੂੰ ਚੁੱਕ ਖੜਿਆ ਸੀ। ਪੁਲਿਸ ਵਾਲਿਆਂ ਦੀ ਲਾਰੀ ਤਿਆਰ ਹੋ ਗਈ ਸੀ। ਹਿੰਦੁਸਤਾਨੀ ਪੁਲਿਸ ਦੇ ਸਿਪਾਹੀਆਂ ਨੇ ਆਵਾਜ਼ ਦਿੱਤੀ, ਆਓ ਉਧਰ ਜਾਣ ਵਾਲੇ ਹਿੰਦੂ ਇੱਕ ਪਾਸੇ ਹੋ ਜਾਣ, ਲਾਰੀ ਤਿਆਰ ਏ। ਰਾਮ ਚੰਦ ਨੇ ਰਸ਼ੀਦੇ ਦੇ ਗਲ ਨਾਲ ਲੱਗ ਕੇ ਉਹਨੂੰ ਮੁੜ ਆਖਿਆ, ਤੇਰੀ ਮਿਹਰਬਾਨੀ ਭਰਾਵਾ, ਤੇਰਾ ਅਹਿਸਾਨ ਨਾ ਭੁੱਲਾਂਗਾ। ਰਸ਼ੀਦੇ ਦੇ ਮੂੰਹ ਉੱਤੇ ਇਹ ਅਹਿਸਾਨ ਚੜ੍ਹਨ ਦੀ ਖੁਸ਼ੀ ਵੀ ਸੀ, ਪਰ ਰਸ਼ੀਦੇ ਦੀਆਂ ਨਜ਼ਰਾਂ ਲਾਜੋ ਨੂੰ ਬਚਾ ਕੇ ਵੀ ਸ਼ਰਮਿੰਦੀਆਂ ਸਨ। ਰਸ਼ੀਦੇ ਨੂੰ ਪੂਰੋ ਦਾ ਚੁੱਕ ਖੜਨਾ ਯਾਦ ਆ ਰਿਹਾ ਸੀ। ਫਿਰ ਵੀ ਉਹਨੂੰ ਲੱਗਦਾ ਸੀ ਉਹਦੇ ਸਿਰ ਉੱਤੇ ਚੜਿਆ ਹੋਇਆ ਕਰਜ਼ਾ ਕੁਝ ਨਾ ਕੁਝ ਲੈ ਰਿਹਾ ਸੀ। ਇੱਕ ਆਵਾਜ਼ ਫੇਰ ਆਈ, ਉਧਰ ਜਾਣ ਵਾਲੇ ਹਿੰਦੂ ਇੱਕ ਪਾਸੇ ਹੋ ਜਾਣ। ਪੂਰੋ ਨੇ ਸੁੱਚੇ ਤਰੇਵਰ ਤੇ ਵੇਸਣ ਦੀਆਂ ਪਿੰਨੀਆਂ ਦੀ ਗੰਢ ਲਾਜੋ ਦੇ ਹੱਥਾਂ ਵਿੱਚ ਫੜਾਈ। ਲਾਜੋ ਨੂੰ ਘੁੱਟ ਗਲ ਨਾਲ ਲਾਇਆ ਤੇ ਫਿਰ ਆਪਣੀ ਅਖੀਰੀ ਮਿਲਣੀ ਲਈ ਆਪਣੇ ਵੀਰ ਦੇ ਗਲ ਨਾਲ ਲੱਗ ਗਈ। ਪੂਰੋ ਦਾ ਭਰਾ ਸਿਰਫ ਇੰਨਾ ਹੀ ਕਹਿ ਸਕਿਆ ਤੇ ਉਸਨੇ ਪੂਰੋ ਦੀ ਬਾਂਹ ਘੁੱਟ ਕੇ ਫੜ ਲਈ। ਮੇਰੀ ਗੱਲ ਸੁਣ, ਇਸ ਵੇਲੇ ਪੂਰੋ ਦੇ ਭਰਾ ਨੇ ਫਿਰ ਜੇਰਾ ਕਰਕੇ ਆਖਿਆ। ਪੂਰੋ ਨੇ ਆਪਣੇ ਭਰਾ ਦਾ ਕਹਿਣਾ ਸਮਝਿਆ। ਪੂਰੋ ਨੂੰ ਵੀ ਇੱਕ ਵਾਰ ਸੱਦਰ ਆਈ, ਜੇ ਮੈਂ ਇਸ ਵੇਲੇ ਕਹਿ ਦਿਆਂ ਮੈਂ ਇੱਕ ਹਿੰਦੂ ਤਰੀਮਤ ਹਾਂ, ਮੈਨੂੰ ਜ਼ਰੂਰ ਉਹ ਇਹਨਾਂ ਦੇ ਨਾਲ ਲਾਰੀ ਵਿੱਚ ਬਿਠਾ ਕੇ ਲੈ ਜਾਣਗੇ। ਮੈਂ ਵੀ ਵਾਪਸ ਹੋ ਸਕਦੀ ਹਾਂ, ਮੈਂ ਵੀ ਲਾਜੋ ਵਾਕਰ, ਮੁਲਕ ਦੀਆਂ ਹਜ਼ਾਰਾਂ ਕੁੜੀਆਂ ਵਾਕਰ। ਪੂਰੋ ਦੇ ਪਿਛਾਂ ਪਰਤੇ ਹੋਏ ਗਲੇਡੂ ਫੇਰ ਭਰ ਆਏ। ਉਹਨੇ ਹੌਲੀ ਜਿਹੀ ਆਪਣੇ ਭਰਾ ਕੋਲੋਂ ਆਪਣੀ ਬਾਂਹ ਛੁਡਾ ਲਈ ਤੇ ਪਰਾਂ ਖਲੋਤੇ ਹੋਏ ਰਸ਼ੀਦੇ ਦੇ ਕੋਲ ਜਾ ਕੇ ਆਪਣੇ ਪੁੱਤਰ ਨੂੰ ਆਪਣੇ ਗਲ ਨਾਲ ਲਾ ਲਿਆ। ਲਾਜੋ ਆਪਣੇ ਘਰ ਮੁੜ ਜਾਏਗੀ ਤਾਂ ਸਮਝਣਾ ਪੂਰੋ ਅੱਜ ਇਹਦੇ ਵਿੱਚ ਹੀ ਆ ਗਈ ਏ। ਮੇਰੇ ਜੋਗੀ ਹੁਣ ਇੱਥੇ ਹੀ ਥਾਂ ਏ। ਪੂਰੋ ਨੇ ਲਾਰੀ ਤੇ ਚੜਨ ਲੱਗੇ ਭਰਾ ਨੂੰ ਹੌਲੀ ਜਿਹੀ ਆਖਿਆ। ਰਾਮਚੰਦ ਨੇ ਝੁਕੇ ਹੋਏ ਸਿਰ ਨਾਲ ਦੋਵੇਂ ਹੱਥ ਪੂਰੋ ਅੱਗੇ ਜੋੜੇ। ਕੋਈ ਅੰਦਰਲੀ ਪੀੜ ਰਾਮਚੰਦ ਦੇ ਹੋਠਾਂ ਉੱਤੇ ਜੰਮੀ ਹੋਈ ਸੀ। ਰਾਮਚੰਦ ਕੂ ਨਾ ਸਕਿਆ।
ਭਾਵੇਂ ਕੋਈ ਕੁੜੀ ਹਿੰਦੂ ਹੋਵੇ ਭਾਵੇਂ ਮੁਸਲਮਾਨ, ਜਿਹੜੀ ਵੀ ਕੁੜੀ ਵਾਪਸ ਟਿਕਾਣੇ ਪਹੁੰਚਦੀ ਪਈ ਏ, ਸਮਝੋ ਉਹਦੇ ਵਿੱਚ ਪੂਰੋ ਦੀ ਰੂਹ ਟਿਕਾਣੇ ਪਹੁੰਚਦੀ ਪਈ ਏ। ਪੂਰੋ ਨੇ ਆਪਣੇ ਅੰਦਰ ਹੀ ਅੰਦਰ ਆਖਿਆ ਤੇ ਦੋਹਾਂ ਅੱਖੀਆਂ ਨੂੰ ਧਰਤੀ ਵੱਲ ਨਿਵਾ ਕੇ ਰਾਮਚੰਦ ਨੂੰ ਆਖਰੀ ਪ੍ਰਣਾਮ ਕੀਤੀ। ਲਾਰੀ ਚੱਲ ਪਈ ਸੀ। ਖਾਲੀ ਸੜਕ ਉੱਤੇ ਇੱਕ ਧੂੜ ਖਿੱਲਰ ਗਈ। ਇਹ ਸੀ ਅੰਮ੍ਰਿਤਾ ਪ੍ਰੀਤਮ ਦੇ ਪੰਜਾਬੀ ਨਾਵਲ ਪਿੰਜਰ ਦੀ ਆਖਰੀ ਕਿਸ਼ਤ। ਇਹ ਨਾਵਲ ਤੁਸੀਂ ਮੇਰੀ ਮਨਪ੍ਰੀਤ ਸਹੋਤਾ ਦੀ ਆਵਾਜ਼ ਵਿੱਚ ਸੁਣਿਆ।